ਧੰਨ ਵਾਹਿਗੁਰੂ ਸਾਹਿਬ ਜੀ। मैं मूर्ख की तुक बात है, कोट पराधी तरियारे। गुरु नानक जिन सुनिया पेखिया, से फिर गर्भास ना परियारी। ज्ञान ध्यान किछ कर्म ना जाना, सार ना जाना तेरी। सब ते वड्डा सतगुर नानक, जिन कल राखी मेरी। भलियो चिराग अंधियार में, सब कल उधरी एक नाम धर्म। प्रगट सगल हर भवन में, जन नानक गुर पार ब्रह्म। सतगुरां दे हजूर जुड़ बैठे सत्कारे विभागे साध संगत जीओ, गुरु महाराज जी की गोद विच बैठ के जिथे आसा की वार दे शब्द कीर्तन गायन होए हैं, गुरु नानक महाराज जी जिन्हां ने पौड़ियां उचारण कीतियां आसा की वार दियां, आसा राग दा ये मुबारक रचना का बंध है, जिसनों गुरु अर्जन साहब महाराज जी ने संपूर्ण रूप दिता है। उस दे बाद आप जी ने सत्कारयोग स्कूल के बच्चों पासों गुरबाणी शब्द कीर्तन की हाज़री बड़े मिठे बड़े प्यारे अते बड़े ही श्रद्धापूर्वक भाव दे विच इत्थे बच्चों ने सानू कीर्तन श्रवण कराया है। उत्थे असीं सबना ने ही अपनियां हाज़रियां नूं गुरु दर ते लाउंदियां होइयां होण तक दे समागम दे विच एकाग्रता बनाई है। यतन करिए जिन्ने भी शरीर बैठे हाँ, गुरु बाबा जी दे गुण गा सकीए। विचारां दी सांझ तो पहला कलगीधर पिता गुरु गोबिंद सिंह महाराज वालों बख्शिश की फतेह ना सांझ पाओ आखो जी वाहिगुरु जी का खालसा वाहिगुरु जी की फतेह। सतगुरु गुरु नानक महाराज जिन्हां दी उस्तत भट्ट साहिबाना ने अपनी बाणी दे विच बयानी है। एक मन पुरख ध्याए बरदाता, संत सहार सदा विख्याता। तास चरण लै हृदय बसावो, तो परम गुरु नानक गुण गावो। इतिहास दीयां तारीखां दे मुताबक गुरु नानक महाराज जी का आगमन, गुरु नानक साहब जी का प्रकाश एक विसाख संमत 1526 नूं होया। एक विसाख 1526 दे विच गुरु नानक महाराज इस धरती ते है। अंग्रेजी तरीकां दे अगर उन्नथे करिए तो तरीक बनती है 15 अप्रैल 1469। ਇਹਦਾ मतलब यह होया कि 2 दिन पहला गुरु नानक साहब जी का इतिहास के मुताबक प्रकाश पुरब सी 15 अप्रैल। तुसी कोई भी सोमा वेख लो, इतिहासक कोई भी स्रोत वेख लवो, उस विच गुरु नानक साहब जी का प्रकाश 1 विसाख नूं ही लिखिया होया है। ते उस वेले सम्मत चलदियां सन ते सम्मत के मुताबक 1526 बनती है। पर जदों उन्हों ईसवी दे विच कन्वर्ट करना होंदा है, जो अज असीं ईसवी वरतदे हां, ते 57 ईयर तुसीं उहदे विचों दी माइनस कर दवो, 57 साल घटा दवो सम्मत विचों, ते ईसवी बन जाती है, ईसवी निकलती है।
ਹੁਣ 57 ਸਾਲਾਂ ਦਾ ਕੀ ਇਤਿਹਾਸ ਹੈ, ਇਹ ਇੱਕ ਵੱਖਰਾ ਵਿਸ਼ਾ ਹੋਏਗਾ। ਸੰਮਤ ਤੋਂ ਈਸਵੀ ਤੱਕ ਇੰਨੀ ਕੁ ਗੱਲ ਸਮਝ ਪਵੇ, 57 ਸਾਲ ਜੋੜ ਦਵੋ ਈਸਵੀ ਦੇ ਵਿੱਚ ਤਾਂ ਸੰਮਤ ਬਣੇਗੀ। ਗੁਰੂ ਨਾਨਕ ਮਹਾਰਾਜ ਜੀ ਦੇ ਵੇਲੇ ਜਿਹੜੇ ਇਤਿਹਾਸਕਾਰ ਸਨ, ਇਤਿਹਾਸ ਲਿਖਿਆ ਕਰਦੇ ਸਨ, ਉਦੋਂ ਸੰਮਤ ਚੱਲਦੀ ਸੀ ਤੇ ਦੇਸੀ ਤਾਰੀਖਾਂ ਲਿਖੀਆਂ ਜਾਂਦੀਆਂ ਸਨ। ਤੇ ਗੁਰੂ ਨਾਨਕ ਮਹਾਰਾਜ ਜੀ ਦੇ ਆਉਣ ਦੀ ਜਿਹੜੀ ਤਾਰੀਖ ਇਤਿਹਾਸਕਾਰਾਂ ਨੇ ਮੰਨੀ ਹੈ, ਉਹ ਹੈ 1 ਵਿਸਾਖ, ਜੋ ਕਿ ਵਿਸਾਖ ਦਾ ਮਹੀਨਾ ਚੱਲ ਹੀ ਰਿਹਾ ਹੈ। ਔਰ ਇਹੀ ਕਾਰਨ ਸੀ ਕਿ ਗੁਰੂ ਨਾਨਕ ਮਹਾਰਾਜ ਜੀ ਦੇ ਵਿਸਾਖੀ ਦੇ ਵਿੱਚ ਪ੍ਰਕਾਸ਼ ਹੋਣ ਕਰਕੇ ਗੁਰੂ ਦਰ ਤੇ ਵਿਸਾਖੀ ਦੇ ਵਿੱਚ ਹੀ ਇਕੱਠ ਹੋਇਆ ਕਰਦੇ ਸਨ। ਗੁਰੂ ਅਮਰਦਾਸ ਮਹਾਰਾਜ ਜੀ ਦੇ ਵੇਲੇ ਗੋਇੰਦਵਾਲ ਦੇ ਵਿੱਚ ਉਸ ਵੇਲੇ ਇੱਕ ਬੜੇ ਪਿਆਰੇ ਗੁਰੂ ਕੇ ਸਿੱਖ ਨੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਹਜ਼ੂਰ ਬੇਨਤੀ ਕਰਦਿਆਂ ਹੋਇਆਂ ਸਲਾਹ ਮਸ਼ਵਰੇ ਰੂਪ ਦੇ ਵਿੱਚ ਇਹ ਆਪਣੀ ਗੱਲ ਪੇਸ਼ ਕੀਤੀ ਸੀ ਕਿ ਗੁਰੂ ਮਹਾਰਾਜ, ਜਦੋਂ ਅਸੀਂ ਆਉਣਾ ਹੁੰਦਾ ਹੈ, ਅਸੀਂ ਸਾਂਝ ਕਰਨੀ ਹੁੰਦੀ ਹੈ, ਦੂਰ ਦੁਰਾਡੇ ਤੋਂ ਆਉਂਦੇ ਆ, ਕੋਹਾਂ ਦੂਰ ਸਿੱਖ ਰਿਹਾ ਕਰਦੇ ਸਨ, ਸਾਰੀ ਥਾਂ ਤੇ ਗੁਰਦੁਆਰੇ ਨਹੀਂ ਸਨ ਬਣੇ ਉਸ ਵੇਲੇ ਗੁਰੂ ਅਮਰਦਾਸ ਜੀ ਦੇ ਵੇਲੇ। ਤੇ ਕਿਉਂ ਨਾ ਹੋਵੇ ਮਹਾਰਾਜ, ਅਸੀਂ ਛਿਮਾਹੀ ਇਕੱਠੇ ਹੋਇਆ ਕਰੀਏ, ਸਾਲ ਦੇ ਵਿੱਚ 2 ਵਾਰੀ ਇਕੱਠ ਹੋਣ ਘੱਟੋ ਘੱਟ। ਤੇ ਇੱਕ ਦਿਹਾੜਾ ਚੁਣਿਆ ਗਿਆ ਸੀ ਵਿਸਾਖੀ ਦੇ ਵਕਤ ਦਾ। ਉਹਦਾ ਇੱਕ ਕਾਰਨ ਤੇ ਇਹ ਹੈ ਕਿ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਵੀ ਮਨਾਇਆ ਜਾਏਗਾ ਗੁਰੂ ਦਰ ਤੇ ਇਕੱਠੇ ਹੋ ਕੇ। ਤੇ ਦੂਸਰਾ ਕਾਰਨ ਇਹ ਸੀ ਕਿ ਉਦੋਂ ਕਿਸਾਨ ਜਿਹੜਾ ਵਿਹਲਾ ਹੋ ਜਾਂਦਾ ਹੈ, ਅਸੀਂ ਵਿਹਲੇ ਹੋ ਕੇ ਕੁਝ ਸਮੇਂ ਇੱਥੇ ਸੇਵਾ ਵੀ ਕਰਾਂਗੇ, ਇੱਥੇ ਕੀਰਤਨ ਵੀ ਗਾਇਨ ਕੀਤਾ ਜਾਏਗਾ, ਕੁਝ ਗੁਰਬਾਣੀ ਦੀ ਜਿਹੜੀ ਹੈ ਉਹ ਸਮਝ ਸੂਝ ਲੈਣ ਵਾਸਤੇ ਇੱਥੇ ਅਸੀਂ ਸਮਾਂ ਬਿਤਾਵਾਂਗੇ, ਸੇਵਾਵਾਂ 'ਚ ਹਿੱਸੇ ਵੀ ਪਾਵਾਂਗੇ। ਔਰ ਇਹ ਦੌਰ ਲਗਾਤਾਰ ਜਾਰੀ ਰਿਹਾ ਤੇ ਕਲਗੀਧਰ ਸੱਚੇ ਪਾਤਸ਼ਾਹ ਜੀ ਤੱਕ ਜਿਹੜਾ ਅਸੀਂ 5 ਪਿਆਰਿਆਂ ਦੀ ਚੋਣ ਦਾ, 5 ਪਿਆਰਿਆਂ ਨੂੰ ਪੰਚਾਇਤ ਰੂਪ ਦੇਣ ਦਾ, ਖਾਲਸੇ ਦੀ ਪ੍ਰਗਟ ਦਿਹਾੜੇ ਦੀ ਉਸ ਤਾਰੀਖ ਦਾ ਸਮਾਂ ਮਿਥਦੇ ਹਾਂ, ਉਹ ਵੀ ਵਿਸਾਖ ਹੈ। ਉਹਦਾ ਕਾਰਨ ਵੀ ਇਹੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਇਕੱਠੇ ਹੋ ਜਾਈਏ। ਤੇ ਕਲਗੀਧਰ ਮਹਾਰਾਜ ਜੀ ਦੇ ਵੇਲੇ ਜਿਹੜਾ ਇਕੱਠ ਹੋਇਆ ਵਿਸਾਖੀ ਦੇ ਵਿੱਚ, ਉਹ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੋ ਕੇ ਹੀ ਹੋਇਆ। ਹੁਣ ਅਸੀਂ ਪ੍ਰਮਾਣਿਕ ਇਤਿਹਾਸ ਅਗਰ ਮੰਨ ਲਈਏ ਤੇ ਭਾਈ ਗੁਰਦਾਸ ਜੀ ਸਾਡੇ ਕੋਲ ਨੇ। ਭਾਈ ਗੁਰਦਾਸ ਉਹ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਇਤਿਹਾਸਕ ਵਾਰਤਾ, ਜੀਵਨ ਦੀ ਉਹਨਾਂ ਦੀ ਯਾਤਰਾ ਲਿਖੀ ਹੈ, ਉਹਨਾਂ ਦੀਆਂ ਚਰਚਾਵਾਂ ਲਿਖੀਆਂ ਨੇ, ਕਿੱਥੇ ਕਿੱਥੇ ਗਏ, ਕਿੱਦਾਂ ਦੇ ਉਹਨਾਂ ਨੇ ਲਿਬਾਸ ਪਾਏ, ਸਾਨੂੰ ਸਾਡੇ ਤੱਕ ਜਾਣਕਾਰੀ ਪਹੁੰਚਾਈ ਭਾਈ ਗੁਰਦਾਸ ਜੀ ਨੇ। ਗੁਰੂ ਨਾਨਕ ਸਾਹਿਬ ਨੇ ਆਪਣੇ 900 ਤੋਂ ਵਧੇਰੇ ਸ਼ਬਦਾਂ ਦੇ ਵਿੱਚ ਜ਼ਿਕਰ ਨਹੀਂ ਕੀਤਾ ਕਿ ਵੀ ਮੈਂ ਕਿੱਥੇ ਕਿੱਥੇ ਗਿਆ, ਕਿੱਦਾਂ ਦੇ ਕੱਪੜੇ ਪਾਏ, ਕਿੰਨਾਂ ਨਾਲ ਕਿਹੜੇ ਢੰਗ ਦੇ ਸਵਾਲ ਜਵਾਬ ਹੋਏ। ਗੁਰੂ ਨਾਨਕ ਸਾਹਿਬ ਨੇ ਸਿੱਧ ਗੋਸ਼ਟ ਬਾਣੀ ਜ਼ਰੂਰ ਗੁਰੂ ਨਾਨਕ ਸਾਹਿਬ ਜੀ ਦੀ ਸਿੱਧਾਂ ਨਾਲ ਜਿਹੜੀ ਕਨਵਰਸੇਸ਼ਨ ਹੈ ਉਹਦਾ ਪ੍ਰਗਟਾਵਾ ਹੈ ਬਾਣੀ ਸਿੱਧ ਗੋਸ਼ਟ। ਬਾਕੀ ਭਾਈ ਗੁਰਦਾਸ ਜੀ ਦੀਆਂ ਜਿਹੜੀਆਂ ਵਾਰਾਂ ਨੇ ਨਾ, ਪੌੜੀਆਂ ਪੜ੍ਹਨ ਵਾਲੀਆਂ ਨੇ। ਇਹ ਮੈਂ ਸੰਗਤ ਨੂੰ ਇੱਕ ਬੇਨਤੀ ਕਰਾਂ ਕਿ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਨਾ, ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕਰਦੇ ਹਾਂ, ਤੇ ਇਹ ਵੀ ਇੱਕ ਕੋਸ਼ਿਸ਼ ਕਰੀਏ ਕਿ ਭਾਈ ਗੁਰਦਾਸ ਜੀ ਦੀਆਂ ਜਿਹੜੀਆਂ 40 ਵਾਰਾਂ ਨੇ, ਪੌੜੀਆਂ ਲਿਖੀਆਂ ਨੇ, ਉਹਨਾਂ ਤੇ ਵੀ ਇੱਕ ਨਿਗਾਹ ਫੇਰ ਲਈ ਜਾਏ। ਜੇ ਬਹੁਤਾ ਵਕਤ ਨਹੀਂ ਲਾਉਣਾ ਤੇ ਇੱਕ ਨਿਗਾਹ ਜ਼ਰੂਰ ਫੇਰੀ ਜਾਵੇ ਕਿ ਭਾਈ ਗੁਰਦਾਸ ਵਰਗੇ ਉਸ ਵੇਲੇ ਦੇ ਦਾਨੇ ਬੰਦੇ, ਏਡੇ ਗਿਆਨਵਾਨ ਬੰਦੇ, ਗੁਰਬਾਣੀ ਦੇ ਵਿਆਖਿਆਕਾਰ, ਚੰਗੀ ਵਿਆਖਿਆ ਕਰਨ ਵਾਲੇ ਭਾਈ ਗੁਰਦਾਸ, ਉਹਨਾਂ ਦੇ 600 ਤੋਂ ਵੱਧ ਕਵਿਤ ਨੇ। ਕਵਿਤ, ਇੱਕ ਕਵਿਤ ਦੇ ਵਿੱਚ 4 ਲਾਈਨਾਂ ਨੇ ਤੇ 4 ਐਗਜ਼ਾਮਪਲਾਂ ਹੀ ਨੇ। ਇੱਕ ਇੱਕ ਐਗਜ਼ਾਮਪਲ ਦੇ ਕੇ ਗੁਰਮਤ ਦ੍ਰਿੜ ਕਰਾਈਏ ਭਾਈ ਗੁਰਦਾਸ ਜੀ ਨੇ। ਤੇ ਸੋਚੋ 600 ਕਵਿਤ ਲਿਖੇ ਨੇ, ਉਹ ਵੀ ਬ੍ਰਿਜ ਭਾਸ਼ਾ ਦੇ ਵਿੱਚ। ਗੁਰੂ ਘਰ ਦੇ ਵਿੱਚ ਕਿੰਨੇ ਵਿਦਵਾਨ ਪੈਦਾ ਹੋਏ ਇਹੋ ਜਿਹੇ। ਔਰ ਉਸ ਵੇਲੇ ਤਾਂ ਬਾਣੀ ਅਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਹਿਲੇ ਪ੍ਰਕਾਸ਼ ਰੂਪ ਦੇ ਵਿੱਚ ਪ੍ਰਗਟ ਵੀ ਕੀਤੀ ਗਈ, ਪ੍ਰਕਾਸ਼ ਕੀਤਾ ਗਿਆ। ਬਾਣੀ ਦੀ ਭਾਈ ਗੁਰਦਾਸ ਜੀ ਨੇ ਆਪ ਹੱਥ ਲਿਖਤ ਸੇਵਾ ਵੀ ਨਿਭਾਈ ਹੈ, ਫਿਰ ਵੀ ਉਹਨਾਂ ਨੇ 12 ਤੇ ਕਵਿਤ ਉਚਾਰਨ ਕੀਤੇ। ਕੋਈ ਕਾਰਨ ਤਾਂ ਹੋਏਗਾ ਨਾ। ਉਹਨਾਂ ਦੀ ਪਹਿਲੀ ਵਾਰ ਦੇ ਵਿੱਚ ਜਿਹੜੀਆਂ ਪੌੜੀਆਂ ਨੇ, ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਹੈ ਤਕਰੀਬਨ, ਉਹਦੇ ਵਿੱਚ ਉਹਨਾਂ ਨੇ ਇੱਕ ਸ਼ਬਦ ਵਰਤਿਆ ਵਿਸੋਆ। ਸਾਰਿਆਂ ਨੂੰ ਤਕਰੀਬਨ ਪੌੜੀਆਂ ਯਾਦ ਵੀ ਨੇ ਉਹਨਾਂ ਦੀਆਂ ਕਈ। ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ, ਪਹਿਲਾਂ ਬਾਬੇ ਪਾਇਆ ਬਖਸ਼ਦਰ ਪਿੱਛੋਂ ਦੇ ਫਿਰ ਘਾਲ ਕਮਾਈ, ਰੇਤ ਅਕ ਆਹਾਰ ਕਰ ਰੋੜਾਂ ਕੀ ਗੁਰੂ ਕਰੀ ਵਿਛਾਈ।
ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਓ ਬਣਿਆਈ, ਬਾਬਾ ਪੈਦਾ ਸਚਖੰਡ ਨੌ ਨਿਤ ਨਾਮ ਗਰੀਬੀ ਪਾਈ। ਤੇ ਉੱਥੇ ਉਹਨਾਂ ਨੇ ਇੱਕ ਸ਼ਬਦ ਪੌੜੀਆਂ ਦੇ ਵਿੱਚ ਇਹ ਵੀ ਵਰਤਿਆ, ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਆ। ਤੇ ਵਿਸੋਆ ਦਾ ਅਰਥ ਪਤਾ ਕੀ ਹੈ? ਵਿਸਾਖੀ। ਤੁਸੀਂ ਅਰਥ ਪੜ੍ਹ ਕੇ ਵੇਖੋ ਇਹਨਾਂ ਪੰਕਤੀਆਂ ਦੇ। ਭਾਈ ਗੁਰਦਾਸ ਜੀ ਅਗਰ ਹਵਾਲਾ ਦੇ ਰਹੇ ਨੇ ਔਰ ਇਤਿਹਾਸਕਾਰ ਅਗਰ ਇਹ ਗੱਲ ਲਿਖ ਰਹੇ ਨੇ, ਤਾਂ ਸਾਡੇ ਕੋਲ ਇਤਿਹਾਸ ਦੇ ਰੂਪ ਦੇ ਵਿੱਚ ਹੀ ਗੁਰੂ ਮਹਾਰਾਜ ਜੀ ਦੇ ਪੁਰਬ ਆਏ ਨੇ। ਜਿਹੜੀ ਬਾਣੀ ਗੁਰੂ ਮਹਾਰਾਜ ਜੀ ਨੇ ਲਿਖੀ ਹੈ, ਇਹ ਤੇ ਕਰਤਾਰੀ ਬਾਣੀ, ਨਿਰੰਕਾਰੀ ਬਾਣੀ, ਖੁਦਾਈ ਰਚਨਾ ਹੈ, ਜਿਹੜੀ ਕੁੱਲ ਮਾਨਵਤਾ ਦੇ ਲਈ ਹੈ, ਹਰ ਬੰਦੇ ਲਈ ਹੈ, ਹਰ ਇਨਸਾਨ ਲਈ ਹੈ। ਮਜ਼ਹਬ, ਜਾਤ ਪਾਤ, ਵਿਤਕਰੇ, ਇਹਨਾਂ ਤੋਂ ਉੱਪਰ ਉੱਠ ਕੇ ਗੁਰੂ ਮਹਾਰਾਜ ਜੀ ਨੇ ਸਾਂਝੇ ਤੌਰ ਤੇ ਗੱਲਾਂ ਕਹੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ। ਪਰ ਜਦੋਂ ਅਸੀਂ ਆਪਣੇ ਗੁਰੂ ਮਹਾਰਾਜ ਜੀ ਦੇ ਦਿਹਾੜੇ ਮਨਾਉਣੇ ਨੇ, ਉਹਨਾਂ ਦੇ ਪ੍ਰਕਾਸ਼ ਪੁਰਬ, ਉਹਨਾਂ ਦੇ ਸ਼ਹੀਦੀ ਦਿਹਾੜੇ, ਉਹਨਾਂ ਦੀਆਂ ਘਟਨਾਵਾਂ, ਉਹਨਾਂ ਦੇ ਜੋਤੀ ਜੋਤ, ਤੇ ਉਹ ਗੁਰੂ ਗ੍ਰੰਥ ਸਾਹਿਬ 'ਚ ਨਹੀਂ ਲਿਖੀਆਂ ਹੋਈਆਂ, ਕਿਉਂਕਿ ਉਹ ਸਿੱਖ ਪੰਥ ਨੇ ਸੈਲੀਬ੍ਰੇਟ ਕਰਨੀਆਂ ਨੇ, ਇਹ ਸਾਂਝੇ ਤੌਰ ਤੇ ਹਨ। ਇਹ ਬਾਣੀ ਮਹਾਪੁਰਖ ਕੀ ਨਿਜਕਰ ਵਾਸਾ ਹੋਏ, ਪਰ ਥਾਏ ਸਾਖੀ ਮਹਾਪੁਰਖ ਬੋਲਦੇ ਸਾਂਝੀ ਸਗਲ ਜਹਾਨ, ਕੁੱਲ ਮਨੁੱਖਤਾ ਦੇ ਲਈ। ਪਰ ਕੁੱਲ ਮਨੁੱਖਤਾ ਤੇ ਗੁਰੂ ਨਾਨਕ ਸਾਹਿਬ ਦਾ ਪੁਰਬ ਨਹੀਂ ਨਾ ਮਨਾਉਂਦੀ, ਕੁੱਲ ਮਨੁੱਖਤਾ ਤੇ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਨਹੀਂ ਨਾ ਸੈਲੀਬ੍ਰੇਟ ਕਰਦੀ, ਦਿਹਾੜੇ ਯਾਦ ਕਰਦੀ। ਉੱਤੇ ਸਿੱਖ ਕਹਾਉਣ ਵਾਲੇ ਨੇ ਇਹ ਗੱਲ ਕਰਨੀ ਹੈ ਨਾ। ਗੁਰੂ ਨਾਨਕ ਦੇ ਸਿੱਖ ਕਹਾਉਣ ਵਾਲੇ ਨੇ ਹੀ ਆਪਣੇ ਗੁਰੂ ਬਾਬੇ ਦੀਆਂ ਬਾਤਾਂ ਪਾਉਣੀਆਂ ਨੇ, ਉਹਨਾਂ ਦੇ ਦਿਹਾੜੇ ਚੇਤੇ ਕਰਨੇ ਨੇ। ਤੇ ਦਿਹਾੜੇ ਮਨਾਉਣ ਦਾ ਅਰਥ ਹੁੰਦਾ ਹੈ ਉਹਨਾਂ ਦੀ ਜੀਵਨੀ, ਉਹਨਾਂ ਦੀ ਜੀਵਨ ਸ਼ੈਲੀ, ਉਹਨਾਂ ਦੀਆਂ ਕਹੀਆਂ ਹੋਈਆਂ ਵਿਚਾਰਾਂ ਉਹ ਅਸੀਂ ਰਿਪੀਟ ਕਰ ਲਈਏ, ਦੁਹਰਾ ਲਈਏ ਕਿ ਕੀ ਕਹਿ ਕੇ ਗਏ ਸਨ ਗੁਰੂ ਬਾਬਾ ਜੀ, ਉਹਨਾਂ ਨੇ ਕੀ ਕਿਹਾ ਸੀ, ਕੀ ਸੁਣਿਆ। ਗੁਰਪੁਰਬ ਮਨਾਉਣ ਦਾ ਹੋਰ ਮਤਲਬ ਇਹ ਨਹੀਂ ਕਿ ਸਟਾਲ ਲਾ ਲੈਣੇ, ਲੰਗਰ ਖਾ ਲੈਣੇ, ਭੀੜਾਂ ਇਕੱਠੀਆਂ ਕਰ ਲੈਣੀਆਂ। ਇਹਦਾ ਮਤਲਬ ਗੁਰਪੁਰਬ ਇਹ ਨਹੀਂ ਹੁੰਦੇ। ਭਾਵ ਉਹਦੇ ਪਿੱਛੇ ਅਗਰ ਤੁਸੀਂ ਕੱਢੋਗੇ ਤੇ ਉਹ ਹਜ਼ੂਮ ਇਕੱਠਾ ਕਰਨ ਦਾ ਮਤਲਬ ਵੀ ਪਿੱਛੇ ਹੀ ਨਿਕਲਣਾ ਹੈ ਕਿ ਜਿਨਕੇ ਦਿਨ ਮਨਾਤੇ ਹੋ ਉਨਕੇ ਜਜ਼ਬਾਤ ਵੀ ਸਮਝਾ ਕਰੋ। ਦਿਹਾੜੇ ਮਨਾਉਣ ਦਾ ਮਤਲਬ ਹੈ ਕਿ ਅਸੀਂ ਰਿਪੀਟ ਕਰ ਲਈਏ, ਇੱਕ ਵਾਰੀ ਸਾਲ ਬਾਅਦ ਚੇਤੇ ਕਰ ਲਈਏ ਕਿ ਉਹਨਾਂ ਦੇ ਇਤਿਹਾਸਕ ਤੌਰ ਤੇ ਕੀ ਸਮਾਜ ਦੇ ਵਿੱਚ ਦੇਣ ਸੀ, ਹੋਇਆ ਕਿ ਉਸ ਪੀਰੀਅਡ ਦੇ ਵਿੱਚ, ਉਸ ਤੋਂ ਪਹਿਲਾਂ ਕੀ ਸੀ ਜਦੋਂ ਨਹੀਂ ਸਨ ਹੈਗੇ। ਇਹ ਦੁਹਰਾਈ ਕਰਨ ਦਾ ਮਤਲਬ ਹੁੰਦਾ ਤੁਹਾਡੇ ਸਾਡੇ ਸਾਰਿਆਂ ਦਾ। ਗੁਰੂ ਨਾਨਕ ਮਹਾਰਾਜ ਜੀ ਤੋਂ ਪਹਿਲਾਂ ਕੀ ਸੀ, ਸਾਨੂੰ ਸਿੱਖ ਕਹਾਉਣ ਵਾਲਿਆਂ ਨੂੰ ਕੋਈ ਪੁੱਛ ਲਵੇ ਕਿ ਤੁਸੀਂ ਕਹਿੰਦੇ ਹੋ ਜੀ ਗੁਰੂ ਨਾਨਕ ਮਹਾਰਾਜ ਆਏ, ਉਹਨਾਂ ਨੇ ਆਹ ਕੰਮ ਕੀਤਾ, ਉਹ ਕੰਮ ਕੀਤਾ, ਉਸ ਤੋਂ ਪਹਿਲਾਂ ਉਹ ਕੰਮ ਨਹੀਂ ਸਨ ਹੋ ਰਹੇ। ਗੁਰੂ ਨਾਨਕ ਮਹਾਰਾਜ ਜੀ ਤੋਂ ਪਹਿਲਾਂ ਕੀ ਧਰਮ ਨਹੀਂ ਸੀ, ਰੱਬ ਨਹੀਂ ਸੀ, ਧਰਮ ਦੀਆਂ ਪ੍ਰੈਕਟਿਸ ਨਹੀਂ ਸਨ ਹੁੰਦੀਆਂ, ਕੀ ਮਜ਼ਹਬ ਨਹੀਂ ਸਨ ਹੈਗੇ ਇੱਥੇ। ਸਾਨੂੰ ਫਿਰ ਭਾਈ ਗੁਰਦਾਸ ਹੀ ਪੜ੍ਹਨਾ ਪਏਗਾ। ਉਹਨਾਂ ਨੇ ਕੰਪੈਰੀਜ਼ਨ ਸਟੱਡੀ ਵੀ ਕਰਾਈ ਹੈ, ਕੰਪੇਅਰ ਕੀਤੇ ਨੇ ਕਈ ਥਾਂ ਤੇ ਕਈ ਥਾਂ ਤੇ ਉਹਨਾਂ ਨੇ ਪਿਛਲੇ ਤੇ ਗੁਰੂ ਨਾਨਕ ਕਾਲ ਤੇ ਗੁਰੂ ਨਾਨਕ ਮਹਾਰਾਜ ਜੀ ਤੋਂ ਬਾਅਦ ਜੋ ਵਾਪਰਨਾ ਸਮਾਜ ਦੇ ਵਿੱਚ ਉਹਦੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ ਉਹਨਾਂ ਨੇ। ਮੈਂ 2-3 ਉਦਾਹਰਨਾਂ ਸਾਂਝੀਆਂ ਕਰਨਾ। ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕੀ ਸੀ, ਖਾਸ ਕਰਕੇ ਇੰਡੀਆ ਦੇ ਵਿੱਚ, ਭਾਰਤੀ ਖਿੱਤੇ ਦੇ ਵਿੱਚ ਮੁੱਢਲੇ ਧਰਮ ਨੇ ਹਿੰਦੂ ਧਰਮ ਤੇ ਇਸਲਾਮ ਧਰਮ, ਬੇਸਿਕ ਧਰਮ। ਫਿਰ ਬੁੱਧ ਧਰਮ ਵੀ ਹੈ, ਜੈਨ ਧਰਮ ਵੀ ਹੈਗਾ, ਸੰਨਿਆਸੀ, ਸਰੇਵੜੇ, ਸੇਧੋ, ਜੋਗੀ, ਬੈਰਾਗੀ, ਤਿਆਗੀ, ਨਾਂਗੇ, ਇਹ ਤਾਂ ਫਿਰ ਬੇਓੜਕ ਹੀ ਨੇ ਅੱਗੇ। ਮੁੱਢਲੇ 2 ਧਰਮ ਨੇ ਤੇ 2 ਧਰਮਾਂ ਦੇ ਵਿੱਚ ਤੁਸੀਂ ਅਗਰ ਹੋਰ ਗਹਿਰਾਈ 'ਚ ਜਾਓਗੇ ਤੇ ਇਸਲਾਮ ਧਰਮ ਦੇ ਵਿੱਚ 72 ਫਿਰਕੇ ਸਨ ਉਸ ਵੇਲੇ। 72 ਫਿਰਕੇ। ਮੁੱਢਲੇ ਫਿਰਕੇ ਉਹਨਾਂ ਦੇ ਅਸੀਂ ਮੰਨਦੇ ਹਾਂ ਸ਼ੀਆ ਤੇ ਸੁੰਨੀ। ਸਾਨੂੰ ਇੰਨੀ ਕੁ ਜਾਣਕਾਰੀ ਹੁੰਦੀ ਹੈ ਤੇ ਚਲੋ ਅਸੀਂ ਗਹਿਰਾਈ ਦੇ ਵਿੱਚ ਜਾ ਕੇ ਲੈਣਾ ਵੀ ਕੀ ਹੁੰਦਾ, ਕਿਉਂਕਿ ਅਗਲਿਆਂ ਦਾ ਮਜ਼ਹਬ ਹੈ, ਅਗਲਿਆਂ ਦੇ ਕਈ ਕਾਇਦੇ ਕਾਨੂੰਨ ਨੇ। ਅਸੀਂ ਤੇ ਆਪਣਾ ਪੜ੍ਹ ਲਈਏ, ਉਹਨਾਂ ਬੜਾ ਹੁੰਦਾ ਸਾਡੇ ਲਈ, ਵਕਤ ਉਹਨਾਂ ਕੋ ਹੁੰਦਾ ਨਾ। ਪਰ ਉਹਨਾਂ ਦੇ ਵਿੱਚ 72 ਫਿਰਕੇ ਨੇ। 72 ਦੇ 72 ਦੇ ਵਿੱਚ ਉਹਨਾਂ ਦੇ ਭੇਦ ਨੇ, ਮਰਿਆਦਾ ਦੇ, ਰਹਿਣ ਸਹਿਣ ਦੇ, ਖਾਣ ਪੀਣ ਦੇ ਤੌਰ ਤਰੀਕੇ ਚੇਂਜ ਨੇ ਆਪਸ ਵਿੱਚ। ਸਾਰੇ ਮੁਸਲਮਾਨ ਕਹਾਉਂਦੇ ਨੇ। ਕਿੰਨੀ ਹੈਰਾਨਗੀ ਦੀ ਗੱਲ ਹੈ, ਤੁਸੀਂ ਦੇਖੋ। ਔਰ ਗੁਰੂ ਬਾਬੇ ਤੋਂ ਪਹਿਲਾਂ ਦੀ ਗੱਲਾਂ ਨੇ, ਅੱਜ ਨਹੀਂ। ਅੱਜ ਤੇ ਮੈਨੂੰ ਲੱਗਦਾ ਵੱਧ ਗਈਆਂ ਹੋਣੀਆਂ ਨੇ ਉਹਨਾਂ ਦੇ ਵਿੱਚ, ਜਿਵੇਂ ਸਾਡੇ ਵਿੱਚ ਹੁਣ ਕੋਈ ਨਿਰੰਕਾਰੀ ਹੈ, ਕੋਈ ਨਾਮਧਾਰੀ ਹੈ, ਕੋਈ ਰਾਧਾ ਸੁਆਮੀ ਹੈ, ਕੋਈ ਫਲਾਣੇ ਡੇਰੇ, ਕਹਾ ਤੇ ਸਾਰੇ ਸਿੱਖ ਰਹੇ ਆ ਨਾ ਆਪਾਂ। ਕੋਈ ਕਿਤੋਂ ਨਾਮਦਾਨ ਲੈ ਕੇ ਆਇਆ, ਕੋਈ ਕਿਤੇ ਜਾ ਰਿਹਾ ਹੈ।
ਡਰੈਸ ਕੋਈ ਕਿੱਦਾਂ ਦੀ ਪਾਉਂਦਾ, ਕਿਸੇ ਦੇ ਗਾਤਰੇ ਦਾ ਰੰਗ ਚਿੱਟਾ ਹੈ ਤੇ ਕਿਸੇ ਦਾ ਕਾਲਾ ਹੈ ਤੇ ਕੋਈ ਪੀਲਾ ਧਾਰਨ ਕਰਦਾ ਹੈ, ਪੱਗਾਂ ਦੇ ਰੰਗ ਵੱਖਰੇ ਹੋ ਚੁੱਕੇ ਨੇ, ਗੁਟਕਿਆਂ ਦੇ ਸਾਈਜ਼ ਚੇਂਜ ਹੋ ਚੁੱਕੇ ਨੇ, ਨਿਤਨੇਮ ਬਦਲ ਚੁੱਕੇ ਨੇ, ਰਹਿਣੀ ਸਹਿਣੀ ਵਿੱਚ ਫਰਕ ਆ ਗਿਆ। ਉਹਨਾਂ 'ਚ ਤਾਂ ਮੈਂ ਕਹਿੰਦਾ ਫਿਰ ਵੀ ਇੱਕ ਲੰਮਾ ਪੀਰੀਅਡ ਤਾਂ ਸੀ ਨਾ, ਮੁਹੰਮਦ ਸਾਹਿਬ ਤੋਂ ਲੈ ਕੇ ਹਜ਼ਾਰਾਂ ਸਾਲ ਬਾਅਦ ਜਾ ਕੇ ਫਿਰਕੇ ਹੌਲੀ ਹੌਲੀ ਕਰਕੇ ਬਿਖਰੇ ਬਣੇ। ਪਰ ਸਾਨੂੰ ਤਾਂ ਹੋਇਆ ਹੀ ਅਜੇ 550 ਸਾਲ ਦਾ ਪੀਰੀਅਡ ਹੈ। ਗੁਰੂ ਨਾਨਕ ਮਹਾਰਾਜ ਨੂੰ 550 ਸਾਲ ਹੀ ਹੋਏ ਨੇ ਤੇ ਗੁਰੂ ਨਾਨਕ ਤੋਂ ਬਾਅਦ ਹੀ ਸਿੱਖ ਦੀ ਗੱਲ ਚੱਲੇਗੀ। ਇੰਨੇ ਕੁ ਪੀਰੀਅਡ ਵਿੱਚ ਹੀ ਤੁਸੀਂ ਹੁਣ ਗਿਣਤੀ ਨਹੀਂ ਕਰ ਸਕਦੇ ਸਿੱਖਾਂ ਦੇ, ਉਹਨਾਂ ਦੇ ਰਹਿਣ ਸਹਿਣ, ਪਹਿਰਾਵੇ, ਮਰਿਆਦਾ, ਨਿਜ਼ਾਮ, ਪਤਾ ਨਹੀਂ ਬੇਉੜਕ ਹੀ ਇੰਨੇ ਕੁ ਪੀਰੀਅਡ ਦੇ ਵਿੱਚ ਹੀ। ਭਾਈ ਗੁਰਦਾਸ ਜੀ ਨੇ ਫਿਰ ਗੱਲ ਕੀਤੀ ਹਿੰਦੂ ਧਰਮ ਦੀ। ਉਹਦੇ ਵਿੱਚ ਉਹ ਕਹਿੰਦੇ ਨੇ 4 ਵਰਨ 4 ਮਜ਼ਹਬਾਂ ਜੱਗ ਵਿੱਚ ਹਿੰਦੂ ਮੁਸਲਮਾਨੇ, ਖੁਦੀ ਬਖੀਲੀ ਤਕਬਰੀ ਖਿੱਚੋ ਤਾਣ ਕਰੇ ਤਿੰਗਾਣੇ, ਗੰਗ ਬਨਾਰਸ ਹਿੰਦੂਆਂ ਮੱਕਾ ਕਾਬਾ ਮੁਸਲਮਾਨੇ, ਸੁਨਤ ਮੁਸਲਮਾਨ ਦੀ ਤਿਲਕ ਜੰਜੂ ਹਿੰਦੂ ਲੋਭਾਣੇ, ਰਾਮ ਰਹੀਮ ਕਹਾਏ ਦੇ ਏਕ ਨਾਮ ਦੋਏ ਰਾਹ ਭੁਲਾਣੇ। ਅਖੀਰ ਚੋਂ ਕਹਿੰਦੇ ਸੱਚ ਕਿਨਾਰੇ ਰਹਿ ਗਿਆ, ਬਾਕੀ ਤਾਂ ਸਭ ਚੱਲ ਰਿਹਾ। ਕੋਈ ਰਾਮ ਰਾਮ ਦੀਆਂ ਧਾਰਨਾਵਾਂ ਲਾਉਂਦਾ ਤੇ ਕੋਈ ਰਹੀਮ ਦੂਜੇ ਦੇ ਮੂੰਹ ਸੁਣਨਾ ਪਸੰਦ ਕਰਦਾ ਹੈ, ਕੋਈ ਮੱਕੇ ਨੂੰ ਖੁਦਾ ਦਾ ਘਰ ਸਮਝਦਾ ਤੇ ਕੋਈ ਪੁਰੀ ਨੂੰ ਹੀ ਉਸ ਕਾਦਰ ਦਾ ਦਰਬਾਰ ਮੰਨਦਾ, ਕੋਈ ਸੁਨਤ ਕਰਾਉਂਦਾ, ਕੋਈ ਤਿਲਕ ਜੰਜੂ ਪਾਉਂਦਾ। ਆਪੋ ਆਪਣੇ ਅਕੀਦੇ ਸ਼ਰਧਾ ਜਿਹਨੂੰ ਕਹਿੰਦੇ ਆ, ਆਪਣੇ ਆਪਣੇ ਵਿਸ਼ਵਾਸ ਨੇ, ਪ੍ਰੈਕਟਿਸ ਨੇ, ਬਲੀਫਸ ਨੇ। ਪਰ ਭਾਈ ਗੁਰਦਾਸ ਕਹਿੰਦੇ ਨੇ ਕੋਈ ਗੱਲ ਨਹੀਂ, ਕੋਈ ਪਾਉਂਦਾ, ਕੋਈ ਦਿੱਕਤ ਨਹੀਂ ਹੈਗੀ। ਕੋਈ ਅਗਰ ਤਿਲਕ ਲਾਉਂਦਾ ਹੈ, ਕੋਈ ਜਨੇਊ ਪਾਉਂਦਾ ਹੈ, ਕੋਈ ਧਾਗਾ ਬੰਨਦਾ, ਕਿਸੇ ਨੂੰ ਕੀ ਪ੍ਰੋਬਲਮ ਹੈ ਇਹਦੇ ਵਿੱਚ? ਦੂਜੇ ਬੰਦੇ ਨੂੰ ਕੋਈ ਨੁਕਸਾਨ ਹੈ ਇਹਦਾ? ਦੂਜੇ ਬੰਦੇ ਨੂੰ ਕੋਈ ਤਕਲੀਫ ਵੀ ਨਹੀਂ ਹੋਣੀ ਵੀ ਨਹੀਂ ਚਾਹੀਦੀ। ਆਪਣੇ ਆਪਣੇ ਵਿਸ਼ਵਾਸ ਨੇ, ਜ਼ਿੰਦਗੀ ਜਿਉਣ ਦੇ ਤੌਰ ਤਰੀਕੇ ਨੇ, ਇੱਕ ਦਾਇਰਾ, ਇੱਕ ਮਰਿਆਦਾ ਹੈ। ਹਰੇਕ ਨੂੰ ਰੱਬੋਂ ਹੀ ਖੁੱਲ੍ਹ ਹੈ, ਫਰੀਡਮ ਹੈ, ਕੋਈ ਵੀ ਜੀ ਸਕਦਾ। ਔਰ ਇਹਦੀ ਪ੍ਰੋੜਤਾ ਵੀ ਗੁਰੂ ਨਾਨਕ ਦੇ ਘਰ ਨੇ ਕੀਤੀ ਹੈ। ਤੁਸੀਂ ਹੈਰਾਨ ਹੋਵੋਗੇ ਇਹ ਪਾਠ ਪੜ੍ਹ ਕੇ ਵੀ ਕਿ ਜੇ ਕਿਸੇ ਨੇ ਇਹ ਕੋਸ਼ਿਸ਼ ਕੀਤੀ ਨਾ ਕਿ ਇਹਦਾ ਜੰਜੂ ਲਾ ਦੋ, ਚੰਗਾ ਨਹੀਂ ਲੱਗਦਾ, ਤੇ ਗੁਰੂ ਉਹਨਾਂ ਦੇ ਪਾਲੇ ਵਿੱਚ ਖੜ ਕੇ ਉਹਨੂੰ ਘੂਰ ਕੇ ਕਹਿੰਦਾ ਤੇਰੀ ਹਿੰਮਤ ਹੈ ਤੇ ਇਹਦੇ ਜਨੂਨ ਨੂੰ ਹੱਥ ਲਾ। ਤੇ ਇਹਦਾ ਮਤਲਬ ਇਹ ਨਾ ਸਮਝਿਓ ਕਿ ਗੁਰੂ ਬਾਬਾ ਜੀ ਜਨੂਨ ਨਾਲ ਸਹਿਮਤ ਨੇ। ਜੇ ਕਿਸ ਨੇ ਇਸਲਾਮ ਧਰਮ ਦੇ ਬੰਦੇ ਤੇ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾਂ ਕੀਤੀ ਹੁੰਦੀ ਤਾਂ ਗੁਰੂ ਉਹਦੇ ਪਾਲੇ ਵਿੱਚ ਜਾ ਕੇ ਜਨੂਨ ਵਾਲੇ, ਮੱਥੇ ਤੇ ਤਿਲਕ ਲਾਉਣ ਵਾਲੇ ਨੂੰ ਘੂਰ ਕੇ ਇਹ ਗੱਲ ਕਹਿੰਦੇ ਕਿ ਤੇਰੀ ਮਜਾਲ ਹੈ ਤੂੰ ਇਹਦੇ ਕੋਲੋਂ ਨਮਾਜ਼ਾਂ ਖੋਲਵੇਂ, ਤੇਰੀ ਕੀ ਹਿੰਮਤ ਕਿ ਤੂੰ ਇਹਦੀ ਨਮਾਜ਼ ਕਦਾ ਹੋਣ ਤੋਂ ਖੰਡਨ ਕਰ ਦੇਵੇਂ। ਹੁਣ ਇਹਦਾ ਮਤਲਬ ਇਹ ਨਹੀਂ ਗੁਰੂ ਨਮਾਜ਼ਾਂ ਨਾਲ ਸਹਿਮਤ ਨੇ। ਗੱਲ ਇੰਨੀ ਸਮਝਣ ਵਾਲੀ ਹੈ ਕਿ ਗੁਰੂ ਮਹਾਰਾਜ ਨੇ ਆਖਿਆ ਫਰੀਡਮ ਦਾ ਮਸਲਾ ਹੈ, ਇਹ ਆਜ਼ਾਦੀ ਦਾ ਮਸਲਾ ਹੈ। ਹਰ ਬੰਦੇ ਦੇ ਤੌਰ ਤਰੀਕੇ ਜ਼ਿੰਦਗੀ ਜਿਉਣ ਦੀ ਖੁੱਲ੍ਹ ਰੱਬੋਂ ਹੈ, ਤੁਹਾਡੀ ਸਾਡੀ ਜਾਗੀਰ ਨਹੀਂ ਹੈ। ਸਾਡਾ ਕੋਈ ਮਤਲਬ ਨਹੀਂ ਬਣਦਾ ਇਹਨਾਂ ਗੱਲਾਂ ਦੇ ਵਿੱਚ। ਹਾਂ, ਇਹ ਗੱਲ ਜ਼ਰੂਰ ਅਸੀਂ ਸਾਂਝੇ ਤੌਰ ਤੇ ਭਾਈ ਵਾਲਤਾ ਦੇ ਲੈਵਲ ਤੇ ਜਾ ਕੇ ਕਰਾਂਗੇ, ਭਾਈ ਤੂੰ ਜਨੇਊ ਕਿਉਂ ਪਾਉਣਾ ਹੈ, ਤੂੰ ਆਪਣੀ ਵਾਰਤਾ ਦੱਸ ਸਾਨੂੰ, ਅਸੀਂ ਉਡੀਕਦੇ ਹਾਂ ਤੇਰੇ ਜਵਾਬ ਦੇ। ਤੁਸੀਂ ਜਨੇਊ ਕਿਉਂ ਪਾਉਂਦੇ ਹੋ ਜੀ? ਫਿਰ ਜਦੋਂ ਅਗਲਾ ਵਾਰਤਾ ਦੱਸੇਗਾ ਉਸ ਵਿੱਚ ਅਗਰ ਤੁਹਾਨੂੰ ਲੱਗ ਰਿਹਾ ਹੋਏਗਾ ਕਿ ਕਿਤੇ ਬਖੇੜਾ ਹੈ, ਕਿਤੇ ਕਮੀ ਹੈ, ਤੁਸੀਂ ਉਹਨਾਂ ਸਾਂਝੇ ਕਰੋ ਭਾਰਤਾ ਲੈਵਲ ਤੇ, ਭਰਾਤਾ ਲੈਵਲ ਤੇ। ਮਰਜ਼ੀ ਉਹਦੀ ਉਹ ਜਨੇਊ ਪਾਵੇ। ਪਰ ਜਦੋਂ ਇਹ ਕਹੇਗਾ ਨਾ ਔਰਤ ਨਹੀਂ ਪਾ ਸਕਦੀ, ਗਰੀਬ ਗਰੁਬੜਾ ਨਹੀਂ ਪਾ ਸਕਦਾ, ਨੀਵੀਂ ਜਾਤ ਦੇ ਲੋਕ ਨਹੀਂ ਪਾ ਸਕਦੇ, ਬ੍ਰਾਹਮਣ ਜਨੇਊ ਇਸ ਕਿਸਮ ਦਾ ਪਾਏਗਾ, ਖੱਤਰੀ ਇਸ ਕਿਸਮ ਦਾ ਪਾਏਗਾ, ਵੈਸ਼ ਇਸ ਧਾਗੇ ਦਾ ਪਾਏਗਾ, ਸ਼ੂਦਰ ਨੂੰ ਪਰਮਿਸ਼ਨ ਨਹੀਂ ਹੈਗੀ, ਤੇ ਫਿਰ ਤੁਸੀਂ ਭਰਾਤਾ ਲੈਵਲ ਤੇ ਕਹੋਗੇ ਜੀ ਇਦਾਂ ਤੁਸੀਂ ਕਿਉਂ ਕੀਤਾ ਹੋਇਆ ਭਲਾ, ਸਭ ਬਰਾਬਰ ਕਿਉਂ ਨਹੀਂ ਹੈਗੇ ਤੁਹਾਡੇ 'ਚ? ਫਿਰ ਸਵਾਲ ਕਰਨ ਦਾ ਤੁਹਾਨੂੰ ਹੱਕ ਹੈ ਉਸ ਵੇੜੇ ਦੇ ਵਿੱਚ। ਤੁਸੀਂ ਸੰਵਾਦ ਕਰਨ ਇਸ ਧਰਤੀ ਤੇ ਆਏ ਹੋ। ਗੁਰੂ ਮਹਾਰਾਜ ਨੇ ਬਾਣੀ 'ਚ ਆਖਿਆ ਨਾ, ਜਬ ਲਗ ਦੁਨੀਆ ਰਹੀਏ ਨਾਨਕ ਕਿ ਸੁਣੀਏ ਕਿਛ ਕਹੀਏ। ਹੋਰ ਅਸੀਂ ਕੀ ਕਰਨਾ ਹੈ ਇੱਥੇ? ਅਸੀਂ ਕੁਝ ਸੁਣੀਏ ਅਗਲੇ ਦੀ ਤੇ ਕੁਝ ਆਪਣੀ ਸਾਂਝ ਕਰੀਏ। ਪਰ ਉਹਦਾ ਇੱਕ ਤਰੀਕਾ ਹੈ, ਇੱਕ ਮਾਹੌਲ ਹੈ, ਉਹਦਾ ਇੱਕ ਦਾਇਰਾ ਹੈ ਬੜਾ ਪਿਆਰਾ, ਜੋ ਗੁਰੂ ਬਾਬਾ ਜੀ ਨੇ ਸਾਨੂੰ ਦਿੱਤਾ। ਪਿਆਰ ਮੁਹੱਬਤ ਦੇ ਵਿੱਚ ਬੈਠ ਕੇ ਇੱਕ ਸੰਵਾਦ ਰਚੋ, ਇੱਕ ਗੱਲਬਾਤ, ਇੱਕ ਡਿਸਕਸ ਲਈ, ਡਿਬੇਟ ਲਈ ਇੱਕ এনवायरमेंट ਸਿਰਜੋ। ਤੁਸੀਂ ਕਦੀ ਝਗੜੇ ਨਹੀਂ ਹੋਣਗੇ। ਉਹਦੇ ਕਾਇਦੇ ਕਾਨੂੰਨ ਬਣਾਓ, ਆਪਣੀ ਗੱਲ ਥੋਪੋ ਨਾ, ਅਗਲੇ ਦੀ ਗੱਲ ਪਾਈ ਹੋਈ ਧੱਕੇ ਵਧੀਕੀ ਨਾਲ ਕਬੂਲ ਨਾ ਕਰੋ। ਕਦੀ ਸੰਵਾਦ ਕਰੋ, ਸਿਰਫ ਉਹਦੇ ਵਿੱਚੋਂ ਦੀ ਨਿਕਲੇਗਾ। ਇਹ ਇਦਾਂ ਹੈ ਜਿਵੇਂ ਸਵਾਣੀ ਮਧਾਣੀ ਰੜਕਦੀ ਹੈ ਨਾ, ਤੇ ਵਿੱਚੋਂ ਦੀ ਮੱਖਣ ਕੱਢਣ ਲਈ ਮਿਹਨਤ ਕੀਤੀ ਜਾਂਦੀ ਹੈ।
ਤੱਤ ਕੱਢਣ ਲਈ ਕੋਸ਼ਿਸ਼ ਕਰੋ, ਸੰਵਾਦ ਰਚੋ ਆਪਸ ਵਿੱਚ। ਮੁਸਲਮਾਨ ਵੀਰ ਭਰਾ ਸੁਨਨਤ ਕਰਾਵੇ, 5 ਨਮਾਜ਼ਾਂ ਪੜ੍ਹੇ, ਮੁਹੰਮਦ ਸਾਹਿਬ ਤੇ ਵਿਸ਼ਵਾਸ ਰੱਖੇ, ਕੁਰਾਨ ਸ਼ਰੀਫ ਨੂੰ ਆਪਣਾ ਗ੍ਰੰਥ ਮੰਨੇ, ਆਇਤਾਂ ਦੇ ਵਿੱਚ ਸ਼ਰਅ ਦੇ ਉੱਤੇ ਵਿਸ਼ਵਾਸ ਰੱਖੇ, ਉਹਦਾ ਹੱਕ ਹੈ। ਉਹ ਫਾਰਸੀ ਪੜ੍ਹੇ, ਉਰਦੂ ਭਾਸ਼ਾ ਨਾਲ ਪਿਆਰ ਕਰੇ, ਉਹਦੀ ਫਰੀਡਮ ਹੈ। ਜਿਵੇਂ ਦੂਸਰਾ ਸੰਸਕ੍ਰਿਤ ਪੜ੍ਹ ਰਿਹਾ ਤੇ ਵੇਦਾਂ ਤੇ ਵਿਸ਼ਵਾਸ ਰੱਖਦਾ, ਫਰੀਡਮ ਹੈ ਉਹਦੀ। ਪਰ ਗੁਰੂ ਮਹਾਰਾਜ ਕਹਿੰਦੇ ਨੇ ਹਾਂ, ਉਹਦੇ ਨਾਲ ਇੰਨੀ ਕੁ ਗੱਲ ਤਾਂ ਕੀਤੀ ਜਾ ਸਕਦੀ ਹੈ ਕਿ ਵੀਰੇ ਸਾਨੂੰ ਇਹ ਦੱਸ ਕਿ ਇਹ ਸੁਨਨਤ ਜਿਹੜੀ ਇਹ ਇਕੱਲਾ ਬੰਦੇ ਤੇ ਲਾਗੂ ਹੁੰਦੀ ਹੈ, ਔਰਤ ਨੂੰ ਇਹਦਾ ਕੋਈ ਹੱਕ ਨਹੀਂ ਹੈ। ਜਿਵੇਂ ਉਹ ਜਿਹਨੂੰ ਮੱਲ ਮਾਰੀ ਬੈਠੇ ਨੇ, ਔਰਤ ਨਹੀਂ ਪਾ ਸਕਦੀ, ਤੁਹਾਡੇ ਵਿੱਚ ਵੀ ਇਦਾਂ ਹੀ ਹੈ ਕਿ ਸੁਨਨਤ ਕੀ ਹੈ? ਤੁਰਕ ਜੇ ਹੋਏਗਾ ਤਾਂ ਔਰਤ ਕਾ ਕਿਆ ਕਰੀਏ? ਸਵਾਲ ਤਾਂ ਚੁੱਕਿਆ ਜਾਏਗਾ ਨਾ ਉੱਥੇ। ਫਿਰ ਉਹ ਭਾਵੇਂ ਭਗਤ ਸਾਹਿਬਾਨ ਚੁੱਕਣ, ਭਾਵੇਂ ਗੁਰੂ ਬਾਬਾ ਜੀ ਚੁੱਕਣ, ਸਵਾਲ ਤਾਂ ਉੱਠੇਗਾ ਉੱਥੇ। ਸਵਾਲ ਸਾਡੇ ਤੇ ਵੀ ਹੋਣਾ ਚਾਹੀਦਾ। ਸਾਧ ਸੰਗਤ ਜੀ ਜਿਗਰਾ ਰੱਖ ਕੇ ਸੁਣਿਓ ਜੇ ਸਵਾਲ ਹਿੰਦੂ ਰੀਤੀ ਰਿਵਾਜਾਂ ਤੇ ਗੁਰੂ ਸਾਹਿਬ ਨੇ ਕੀਤਾ, ਭਗਤਾਂ ਨੇ ਕੀਤਾ, ਬਾਖੂਬ ਕੀਤਾ ਉਹਨਾਂ ਨੇ। ਕਬੀਰ ਸਾਹਿਬ ਦਾ ਇੱਕ ਮੈਂ ਹੋਰ ਸ਼ਬਦ ਤੁਹਾਡੇ ਨਾਲ ਸਾਂਝਾ ਕਰ ਲਵਾਂ। ਕਬੀਰ ਸਾਹਿਬ ਜੀ ਨੇ ਉੱਥੇ ਆਖਿਆ, ਕਹਿੰਦੇ ਤੁਸੀਂ ਇੱਕ ਧਾਗਾ ਗਲ 'ਚ ਪਾਇਆ ਹੈ, ਮੁਬਾਰਕ ਹੈ, ਤੁਸੀਂ ਅਖਵਾਉਂਦੇ ਹੋ ਧਰਮੀ, ਪਰ ਧਰਮੀ ਨਹੀਂ, ਉੱਚੀ ਜਾਤ ਵਾਲੇ, ਉੱਚੀ ਕੁੱਲ ਵਾਲੇ, ਉੱਤਮ ਪੁਰਸ਼, ਇਹ ਖਵਾਉਂਦੇ ਹੋ ਨਾ ਤੁਸੀਂ। ਤੇ ਜਿਨ੍ਹਾਂ ਨੂੰ ਹੱਕ ਨਹੀਂ ਹੈਗਾ ਉਹਨਾਂ ਨੂੰ ਨੀਚ ਗਰਦਾਨਦੇ ਹੋ ਤੁਸੀਂ। ਤੇ ਕਬੀਰ ਸਾਹਿਬ ਕਹਿੰਦੇ ਨੇ ਇੰਨੀ ਕੁ ਜਾਣਕਾਰੀ ਦੇ ਵਿੱਚ ਤੁਹਾਡੇ ਵਾਅਦਾ ਕਰ ਦੇਵਾਂ ਕਿ ਜਿਹੜਾ ਧਾਗਾ ਗਲ 'ਚ ਪਾ ਕੇ ਉੱਤਮ ਬਣੇ ਹੋਏ ਹੋ ਨਾ, ਇਹ ਸਾਡੇ ਘਰੋਂ ਬਣ ਕੇ ਆਉਂਦੇ ਜੇ। ਸਾਡਾ ਬਿਜ਼ਨਸ ਹੈ, ਸਾਡਾ ਕਿੱਤਾ ਹੈ, ਅਸੀਂ ਧਾਗੇ ਤਾਂ ਬਣਾਉਂਦੇ ਆ ਆਪਣੇ ਘਰ। ਸਾਡੇ ਘਰ ਢੇਰ ਲੱਗੇ ਪਏ ਨੇ ਇੰਨੇ ਧਾਗੇ, ਉਹਦੇ 'ਚ ਇੱਕ ਤੋੜ ਕੇ ਤੁਸੀਂ ਗੰਢਾ ਬਣ ਕੇ ਗਲ 'ਚ ਪਾ ਲਿਆ, ਤੁਸੀਂ ਉੱਤਮ ਹੋ। ਤੇ ਸਾਡੇ ਘਰ ਢੇਰ ਲੱਗੇ ਨੇ ਤੇ ਅਸੀਂ ਨੀਵੇਂ ਆ, ਸਾਡੇ ਹੱਥੋਂ ਹੀ ਬਣ ਕੇ ਆਏ ਨੇ। ਤੇ ਕੁਐਸਚਨ ਤਾਂ ਉੱਠਣਗੇ ਨਾ ਫਿਰ ਉੱਥੇ। ਹਮ ਕਰ ਸੂਤ, ਕਬੀਰ ਸਾਹਿਬ, ਹਮ ਘਰ ਸੂਤ ਤਨੇ ਨਿਤ ਤਾਨਾ, ਕਹਿੰਦੇ ਕੰਠ ਜਨੇਊ ਤੁਮਹਾਰੇ। ਉਹਨੂੰ ਇੱਕ ਨਾਮ ਡਿਕਲੇਅਰ ਕੀਤਾ ਨਾ ਤੁਸੀਂ, ਆਹ ਕਹਿੰਦੇ ਨੇ ਉਹਨੂੰ, ਤੁਮ ਤੋਂ ਵੇਦ ਪੜੋ ਗਾਇਤਰੀ ਗੋਬਿੰਦ ਹਿਰਦੇ ਹਮਾਰੇ। ਕਹਿੰਦੇ ਪਿਆਰੇ ਸ਼ਬਦ ਨੇ, ਵੇਖੋ, ਤੁਮ ਗੋਰੂ ਹਮ ਗੁਆਰ ਗੁਸਾਈ, ਜਨਮ ਜਨਮ ਰਖਵਾਰੇ, ਕਬੂ ਨਾ ਪਾਰ ਉਤਾਰ ਚਰਾਇਓ, ਕੈਸੇ ਖਸਮ ਹਮਾਰੇ। ਤੁਸੀਂ ਗਵਾਲੇ ਬਣੇ ਹੋਏ ਹੋ ਤੇ ਅਸੀਂ ਸਿਰ ਸੁੱਟ ਕੇ ਤੁਰਨ ਵਾਲੀਆਂ ਬੜੀ ਸਾਊ ਜੀ ਗਊਆਂ ਬਣੀਆਂ ਹੋਈਆਂ ਵਾ, ਸਾਨੂੰ ਕਦੀ ਪੰਨੇ ਤਾਂ ਲਾਉਂਦੇ ਨਹੀਂ ਤੁਸੀਂ, ਉੱਥੇ ਹੀ ਘੁੰਮਣ ਕੇਰੀ 'ਚ ਪਾਇਆ ਸਦੀਆਂ ਤੋਂ। ਕੁਐਸਚਨ ਹੈ ਜੀ ਆਪਣੇ ਆਪ ਦੇ ਵਿੱਚ। ਇਸ ਤਰ੍ਹਾਂ ਹੀ ਬਾਕੀ ਕੁੱਲ ਮਜ਼ਹਬਾਂ ਤੇ ਕੁਐਸਚਨ ਕੀਤੇ ਗਏ, ਸਿੱਧਾਂ ਨਾਲ ਸੰਵਾਦ ਕੀਤੇ, ਸਵਾਲ ਕੀਤੇ ਗਏ, ਜੋਗੀਆਂ ਨਾਲ ਸੰਵਾਦ ਕੀਤੇ ਗਏ। ਤੇ ਕੀ ਸਿੱਖ ਇੰਨੇ ਲਾਡਲੇ ਨੇ ਉਹਨਾਂ ਨੂੰ ਕੋਈ ਸਵਾਲ ਨਾ ਕਰੇ? ਸਾਡੀ ਮਰਿਆਦਾ ਤੇ ਕੋਈ ਸਵਾਲ ਨਾ ਕਰੇ, ਅਸੀਂ ਜੋ ਮਰਜ਼ੀ ਕਰੀ ਚੱਲੀਏ। ਫਿਰ ਮੈਨੂੰ ਖਿਮਾ ਕਰਿਓ, ਅਗਲਿਆਂ ਨੇ ਜੇ ਘੇਰ ਲਿਆ ਨਾ ਸਾਨੂੰ ਕਿ ਤੁਸੀਂ ਕੌਣ ਹੁੰਦੇ ਹੋ ਸਾਡੇ ਜਨੂਨ ਤੇ ਸਵਾਲ ਕਰਨ ਵਾਲੇ, ਸਾਡੀ ਸੁਨਨਤ ਤੇ ਸਵਾਲ ਕਰਨ ਵਾਲੇ, ਸਾਡੇ ਅਕੀਦਿਆਂ ਤੇ ਕੁਐਸਚਨ ਚੁੱਕਣ ਵਾਲੇ, ਤੁਸੀਂ ਲਾਡਲੇ ਹੋ ਇਸ ਧਰਤੀ ਤੇ, ਤੁਹਾਨੂੰ ਕੋਈ ਸਵਾਲ ਨਾ ਕਰੇ। ਸਾਨੂੰ ਵੀ ਹੋਣੇ ਚਾਹੀਦੇ, ਸਾਡੇ ਵਿਸ਼ਵਾਸਾਂ ਤੇ ਉਂਗਲ ਉੱਠਣੀ ਚਾਹੀਦੀ ਹੈ, ਤਾਂ ਹੀ ਇੱਥੇ ਠਣਕੇਗਾ ਸਾਡਾ, ਨਹੀਂ ਤੇ ਨਹੀਂ ਜੇ ਫਰਕ ਪੈਣਾ। ਅਸੀਂ ਫਿਰ ਅੰਧ ਵਿਸ਼ਵਾਸ ਨੂੰ ਕਿਤੇ ਮਰਿਆਦਾ ਹੀ ਨਾ ਮੰਨ ਰਹੇ ਹੋਈਏ, ਕਿਤੇ ਅਸੀਂ ਹਨੇਰੇ ਨੂੰ ਚਾਨਣ ਦਾ ਨਾਂ ਹੀ ਨਾ ਦੇ ਰਹੇ ਹੋਈਏ, ਕਿਤੇ ਸਵਾਲ ਤਾਂ ਉੱਠਣੇ ਚਾਹੀਦੇ ਨੇ ਸਾਡੇ ਵਿੱਚ ਵੀ। ਸਾਨੂੰ ਕੋਈ ਹਿੰਮਤ ਕਰਕੇ ਪੁੱਛੇ, ਜੀ ਗੁਰੂ ਬਾਬਾ ਜੀ ਨੇ ਬਾਟਾ ਤੇਕ ਬਣਾਇਆ ਸੀ, ਆ ਤੁਸੀਂ 36 ਅੰਮ੍ਰਿਤ ਕੱਢ ਮਾਰੇ, ਗਾਤਰੇ ਦਾ ਰੰਗ ਬਦਲਿਆ ਤੇ ਕੋਈ ਦੂਜੇ ਨਾਲ ਮੈਚ ਨਹੀਂ ਕਰਦਾ, ਤੇ ਹਰੇਕ ਜਾਣਾ ਹੰਕਾਰ ਚੁੱਕੀ ਫਿਰਦਾ ਹੈ, ਅਸੀਂ ਤੇ ਫਲਾਣੀ ਥਾਂ ਤੋਂ ਛਕਿਆ, ਅਸੀਂ ਫਲਾਣੀ ਮਰਿਆਦਾ ਵਾਲੇ ਆ, ਸਾਡੇ ਕਮਰ ਕੱਸੇ ਤੋਂ ਨਹੀਂ ਪਤਾ ਲੱਗਦਾ ਤੁਹਾਨੂੰ। ਸਾਨੂੰ ਕੋਈ ਨਾ ਪੁੱਛੇ ਕਿ ਵੀ ਇਹ ਕਿੱਥੋਂ ਆ ਗਈ ਕਹਾਣੀ। ਗੁਰੂ ਮਹਾਰਾਜ ਵੇਲੇ ਕਮਰ ਕੱਸੇ ਦਾ ਕੋਈ ਰੰਗ ਦਿੱਤਾ ਗਿਆ ਸੀ? ਕੋਈ ਹੈ ਇਤਿਹਾਸਕ ਹਵਾਲਾ ਸਾਡੇ ਵਿੱਚ? ਕੋਈ ਪੱਗ ਦਾ ਰੰਗ ਡਿਸਾਈਡ ਕਰਕੇ ਦਿੱਤਾ ਗਿਆ ਸੀ? ਅੱਜ ਕੋਈ ਹਰੀ ਪੱਗ ਬੰਨ ਲਏ ਸੀ ਸਿੱਖ, ਆਫਤ ਆ ਜਾਂਦੀ ਹੈ, ਮੁਸਲਮਾਨਾਂ ਵਾਲਾ ਰੰਗ ਪਾ ਲਿਆ ਤੁਸੀਂ, ਮੈਨੂੰ ਖਿਮਾ ਕਰਿਓ ਜੀ। ਅਸੀਂ ਕਿਵੇਂ ਵੰਡੇ ਗਏ ਰੰਗਾਂ ਦੇ ਵਿੱਚ। ਜੇ ਹਰਾ ਰੰਗ ਮੁਸਲਮਾਨਾਂ ਦਾ ਨਾ, ਤੇ ਸਾਡਾ ਬਸੰਤੀ ਕੇਸਰੀ ਰੰਗ ਸਿੱਖਾਂ ਵਾਲਾ, ਤੇ ਅਕਾਲ ਪੁਰਖ ਵਾਹਿਗੁਰੂ ਪੱਤੇ ਸਾਰੇ ਬਸੰਤੀ ਬਣਾ ਦਿੰਦਾ, ਫਿਰ ਹਰੇ ਨਾ ਬਣਾਉਂਦਾ, ਫਿਰ ਉਹ ਪਰ ਹਰਿਆਲੀ ਨਾ ਬਣਾਉਂਦਾ। ਉਹਨੂੰ ਤੇ ਇੰਨੀ ਚੰਗੀ ਇਹ ਰੰਗ ਏਡਾ ਚੰਗਾ ਲੱਗਾ, ਉਹਨੇ ਸਾਰੇ ਪੱਤੇ ਹੀ ਹਰੇ ਕਰ ਦਿੱਤੇ। ਰੱਬ ਦੀ ਕਾਹਟ ਹੈ, ਉਹਦੀ ਸੋਚ ਹੈ, ਉਹਦੇ ਚਾਹੋ ਚੋਂ ਪੈਦਾ ਹੋਈਆਂ ਨੇ ਇਹ ਰੰਗ ਬਿਰੰਗੇ। ਆਪੇ ਹਰ ਇੱਕ ਰੰਗ ਹੈ, ਆਪੇ ਬਹੁ ਰੰਗੀ,
ਅਸੀਂ ਕੌਣ ਹੁੰਨੇ ਆ ਜੀ ਵੰਡਣ ਵਾਲੇ ਇਹ ਚੀਜ਼ਾਂ? ਅਸੀਂ ਰੰਗਾਂ ਦੇ ਉੱਤੇ ਨਸਲਾਂ ਤੇ ਆ ਕੇ ਖੜ ਗਈਆਂ ਸਾਡੀਆਂ ਗੱਲਾਂ। ਅਸੀਂ ਭੇਦ ਕਿੰਨੇ ਖੜੇ ਕਰ ਲਏ। ਉੱਥੇ ਤਾਂ 4 ਵਰਣ 4 ਮਜ਼ਹਬਾਂ ਦੇ ਰੋਣੇ ਸਨ, ਇੱਥੇ ਤਾਂ ਮੈਨੂੰ ਲੱਗਦਾ ਹੈ ਬਹੁਤ ਔਖੀ ਇਹ ਗੱਲ ਸਮੇਟਣੀ ਹੁਣ। ਹਰ ਇੱਕ ਅਕੀਦਾ ਸਾਡਾ ਜਿਹੜਾ ਨਾ ਆਪਣੀ ਸ਼ਰਧਾ ਚੋਂ ਨਿਕਲੀ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਉਹਦੇ ਆਧਾਰ ਤੇ ਹਰ ਇੱਕ ਮਰਿਆਦਾ ਦਾ ਦਾਇਰਾ ਬਣਿਆ ਹੁੰਦਾ ਹੈ। ਅੱਜ ਕੋਈ ਵੀ ਚੀਜ਼ ਸਾਡੀ ਵਿਸ਼ਵਾਸ ਵਿੱਚ ਆਵੇ ਨਾ, ਸਾਡੀ ਪ੍ਰੈਕਟਿਸ ਵਿੱਚ ਆਵੇ, ਤੇ ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੀ ਅਗਵਾਈ ਹੋਣੀ ਚਾਹੀਦੀ ਹੈ। ਉੱਥੇ ਕੋਈ ਸਾਨੂੰ ਪੁੱਛੇ ਜੀ ਇਹ ਕਿਉਂ? ਬਾਣੀ ਦੇ ਪ੍ਰਮਾਣ ਬਰਮਾਣੀ ਦੇ ਸ਼ਬਦ ਹੋਣ ਸਾਡੇ ਕੋਲ। ਇਹ ਗੁਰੂ ਮਹਾਰਾਜ ਜੀ ਨੇ ਕਿਹਾ ਜੀ, ਤਾਂ ਕਰਦੇ ਹਾਂ ਅਸੀਂ। ਕੁਝ ਸਾਡੇ ਪੰਥ ਨੇ ਡਿਸਾਈਡ ਕੀਤਾ, ਜਿਹਨੂੰ ਗੁਰੂ ਮਹਾਰਾਜ ਹੱਕ ਦੇ ਕੇ ਗਏ ਨੇ, ਤੁਸੀਂ ਨਿਸ਼ਚਿਤ ਕਰ ਸਕਦੇ ਹੋ ਉਹਦੇ ਪਿੱਛੇ ਆਹ ਰੀਜ਼ਨ ਨੇ, ਰੀਜ਼ਨ ਦਿੱਤੇ ਜਾ ਸਕਦੇ ਨੇ ਉਹਦੇ ਪਿੱਛੇ। ਉਹ ਲੌਜੀਕਲ ਹੋਣੇ ਚਾਹੀਦੇ ਨੇ, ਉਹਨਾਂ ਦਾ ਆਧਾਰ ਹੋਣਾ ਚਾਹੀਦਾ। ਫਿਰ ਉਹਦੇ ਵਿੱਚ ਕੋਈ ਵੀ ਅਵਗੁਣ ਨਹੀਂ ਹੋਣਾ ਚਾਹੀਦਾ, ਵੰਡ ਵੰਡਾਈ, ਜਾਤ ਪਾਤ, ਵਿਤਕਰੇ ਨਹੀਂ ਹੋਣੇ ਚਾਹੀਦੇ। ਅੱਜ ਕੁੱਲ ਦੁਨੀਆ ਦੇ ਸਮਾਜ ਦੇ ਮੰਚ ਤੇ ਖੜੇ ਹੋ ਕੇ ਕੋਈ ਸਿੱਖ ਵੱਲ ਉਂਗਲ ਕਰਕੇ ਸਵਾਲ ਕਰੇ, ਇਹ ਭਾਪਿਆਂ ਦੇ ਗੁਰਦੁਆਰੇ ਕਿੱਥੋਂ ਕੱਢ ਲਏ ਜੇ, ਇਹ ਜੱਟਾਂ ਦੇ ਗੁਰਦੁਆਰੇ ਕਿੱਥੋਂ ਆ ਗਏ, ਰਾਮਗੜੀਆਂ ਦੇ ਗੁਰਦੁਆਰੇ ਕਿਧਰੋਂ ਕੱਢ ਲਿਆਏ ਹੋ? ਸਿੱਖੋ, ਜਵਾਬ ਦਿਓਗੇ ਤੁਸੀਂ ਮੰਚ ਤੇ? ਇਹ ਕਿੰਨਾਂ ਨੇ ਕਾਢਾਂ ਕੱਢੀਆਂ? ਗੁਰੂ ਗ੍ਰੰਥ ਸਾਹਿਬ ਉਹੀ ਨੇ, ਨਿਸ਼ਾਨ ਸਾਹਿਬ ਉਹੀ ਹੈ, ਲੰਗਰ ਉਹੀ ਚੱਲਦਾ ਹੈ, ਕੀਰਤਨ ਉਦਾਂ ਹੀ ਹੁੰਦਾ। ਫਿਰ ਇਹ ਵੰਡ ਵੰਡਾਈਆਂ ਦੇ ਬੋਰਡ ਕਿੰਨੇ ਲਾਏ ਨੇ? ਇਹ ਤਖਤੇ ਕਿੰਨੇ ਸਿਰਜੇ ਨੇ? ਕਿਉਂ ਫਰਕ ਪੈ ਗਿਆ ਸਾਡੇ ਵਿੱਚ? ਕਿਉਂ ਨਫ਼ਰਤਾਂ ਦੇ ਬੀਜ ਦਿੱਤੇ ਗਏ? ਅਸੀਂ ਇੱਕ ਦੂਜੇ ਦੇ ਕੋਲ ਨਹੀਂ ਹੋ ਸਕੇ। ਅੱਜ ਗੁਰੂ ਨਾਨਕ ਦਾ ਪੁਰਬ ਮਨਾਇਆ ਜਾਏਗਾ, ਕਲਗੀਧਰ ਮਹਾਰਾਜ ਦਾ ਮਨਾਇਆ ਜਾਏਗਾ, ਕਬੀਰ ਸਾਹਿਬ ਦਾ ਕਿਉਂ ਨਹੀਂ ਮਨਾਇਆ ਜਾਏਗਾ ਜੀ? ਰਵਿਦਾਸ ਸਾਹਿਬ ਨੂੰ ਕਿਉਂ ਨਹੀਂ ਚੇਤੇ ਕੀਤਾ ਜਾਏਗਾ ਜੀ? ਕੀ ਰਵਿਦਾਸ ਜੀ ਦੇ ਮੰਦਿਰਾਂ ਦੇ ਵਿੱਚ ਹੀ ਪੁਰਬ ਮਨਾਇਆ ਜਾਣਾ ਸੀ ਇਹ ਚਾਹੁੰਦੇ ਆ? ਬਾਣੀ ਸਾਡੇ ਕੋਲ ਹੈ, ਰਵਿਦਾਸ ਸਾਹਿਬ ਦੇ 40 ਸ਼ਬਦ ਅਸੀਂ ਸਾਂਭੀ ਬੈਠੇ ਹਾਂ। ਮੈਂ ਇੱਕ ਦਿਨ ਅਰਜ਼ ਕੀਤੀ ਸੀ ਗੁਰੂ ਪਿਆਰਿਓ, ਕਿਉਂਕਿ ਅਸੀਂ ਇੱਕ ਵਿਸਾਖ ਗੁਰੂ ਬਾਬੇ ਦੇ ਪ੍ਰਕਾਸ਼ ਪੁਰਬ ਨੂੰ ਸੰਬੰਧਿਤ ਵਿਚਾਰਾਂ ਕਰ ਰਹੇ ਹਾਂ, ਜੋ ਕਿ 2 ਦਿਨ ਪਹਿਲਾਂ ਇਤਿਹਾਸ ਦੀ ਤਾਰੀਖ ਮੁਤਾਬਕ ਸਿਰਜਿਆ ਬਣਦਾ। ਗੁਰੂ ਨਾਨਕ ਦੀ ਵਡਿਆਈ ਵੇਖੋ ਇਸ ਗੱਲੋਂ, ਜੋ ਕਿ ਸਿੱਧਾਂ ਨੇ ਵੀ ਆਖੀ ਹੈ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਉਹ ਵੱਡੀ ਕਮਾਈ ਦਾ ਫਲਸਫਾ ਵੇਖੋਗੇ ਨਾ ਤੁਸੀਂ, ਉਹਦੇ ਵਿੱਚੋਂ ਦੀ ਮੈਂ ਇੱਕ ਕੜੀ ਮਾਤਰ ਗੱਲ ਕਰਨ ਲੱਗਾ। ਅੱਜ ਸਾਡੇ ਹੀ ਭਰਾ ਰਵਿਦਾਸ ਸਾਹਿਬ ਨੂੰ ਮੰਨਣ ਵਾਲੇ, ਕਬੀਰ ਸਾਹਿਬ ਜੀ ਨੂੰ ਮੰਨਣ ਵਾਲੇ, ਨਾਮਦੇਵ ਸਾਹਿਬ ਤੇ ਅਕੀਦਾ ਰੱਖਣ ਵਾਲੇ ਸਾਡੇ ਤੋਂ ਜੁਦਾ ਹੋਏ ਪਏ ਨੇ, ਵੱਖਰੇ ਹੋ ਚੁੱਕੇ ਨੇ, ਮੰਦਰ ਸਿਰਜੇ ਜਾ ਚੁੱਕੇ ਨੇ, ਗ੍ਰੰਥ ਨਵੇਂ ਆ ਚੁੱਕੇ ਨੇ। ਅੱਜ ਉਹਨਾਂ ਵੀਰ ਭਰਾਵਾਂ ਕੋਲ ਕੋਈ ਬਵੇ ਬੜੇ ਪਿਆਰ ਨਾਲ, ਉਹਨਾਂ ਨਾਲ ਇੱਕ ਸਾਂਝ ਰਚੀ ਜਾਏ, ਸੰਵਾਦ ਰਚਿਆ ਜਾਵੇ। ਇਸ ਰੂਪ ਦੇ ਵਿੱਚ ਤੁਹਾਨੂੰ ਮੌਕਾ ਮਿਲੇ, ਜਲੰਧਰ ਦੇ ਵਿੱਚ ਉਹਨਾਂ ਦਾ ਇੱਕ ਮੰਦਿਰ ਹੈ, ਧਾਰਮਿਕ ਸਥਾਨ ਹੈ, ਰਵਿਦਾਸ ਸਾਹਿਬ ਨੂੰ ਮੰਨਣ ਵਾਲੇ। ਮੈਂ ਕਹਿਣਾ ਨਹੀਂ ਚਾਹੁੰਦਾ ਪਰ ਮਜਬੂਰੀ ਹੈ, ਕਹਿਣਾ ਨਹੀਂ ਚਾਹੁੰਦਾ, ਪਰ ਚਮਾਰ ਬਿਰਾਦਰੀ ਕਹੀ ਜਾਂਦੀ, ਇਕੱਠੀ ਕਰ ਲਈ ਗਈ ਹੈ ਉਹਨਾਂ ਵੱਲੋਂ, ਇਸ ਕਰਕੇ ਕਿਉਂਕਿ ਰਵਿਦਾਸ ਸਾਹਿਬ ਦੇ ਨਾਮ ਨਾਲ ਚਮਾਰ ਲਫ਼ਜ਼ ਜੋੜਿਆ ਗਿਆ ਸੀ। ਚਮ ਦਾ ਕੰਮ ਕਰਦੇ ਸਨ, ਔਰ ਬੜੇ ਫਖਰ ਨਾਲ ਵੀ ਉਹਨਾਂ ਨੇ ਆਖਿਆ, ਕਹਿ ਰਵਿਦਾਸ ਚਮਾਰ, ਕੋਈ ਗੱਲ ਨਹੀਂ, ਕਹਿੰਦੇ ਮੈਂ ਚਮ ਦਾ ਕੰਮ ਕਰਦਾ। ਇਹਦੇ ਵਿੱਚ ਕਹਿਣ ਲੱਗਿਆ ਕਿ ਗੁਰੇਜ਼ ਹੈ ਜੀ, ਜੇ ਕਬੀਰ ਜੁਲਾਹੇ ਦਾ ਕੰਮ ਕਰਦਾ ਤੇ ਮੈਂ ਕਿਉਂ ਘਬਰਾਵਾਂ ਐਵੇਂ? ਉਹਨਾਂ ਦਾ ਹਥਿਆਰ ਖੁੰਡਾ ਕਰਕੇ ਸੁੱਟਤਾ ਅਗਲਿਆਂ ਨੇ। ਕਹੋ ਮੈਨੂੰ ਚਮਾਰ, ਤੁਸੀਂ ਕੀ ਕਹੋਗੇ? ਮੈਂ ਖੁਦ ਕਹਿਣਾ ਵਾ ਆਪਣੇ ਆਪ ਨੂੰ, ਮੈਂ ਚਮ ਦਾ ਕੰਮ ਕਰਦਾ, ਮੈਨੂੰ ਆਪਣੇ ਚਮ ਦੇ ਕੰਮ ਕਰਨ ਤੇ ਫਖਰ ਹੈ, ਮੈਨੂੰ ਆਪਣੇ ਜੁਲਾਹੇ ਦੇ ਕੰਮ ਕਰਨ ਤੇ ਮਾਣ ਹੈ। ਤੁਸੀਂ ਇਹਨੂੰ ਕਿੱਦਾਂ ਵੇਖਦੇ ਹੋ? ਤੁਹਾਡੀ ਸਰਦਰਦੀ ਹੈ। ਮੈਂ ਤੇ ਇਹਨੂੰ ਨੀਵੇਂ ਰੂਪ 'ਚ ਨਹੀਂ ਦੇਖਦਾ, ਮੈਂ ਇਹਨੂੰ ਇਹ ਦਰਜਾ ਨਹੀਂ ਦਿੰਦਾ। ਮੇਰੇ ਲਈ ਤਾਂ ਕੰਮ ਤੇ ਕੰਮ ਹੀ ਹੁੰਦਾ। ਕੋਈ ਕਿਸ ਤਰੀਕੇ ਦਾ ਕੰਮ ਕਰੇ, ਘਰਾਂ ਦੇ ਵਿੱਚ ਜਿਹੜੇ ਆ ਬੁੱਤੀਆਂ ਗੱਡਦੇ ਸਨ ਨਾ, ਚਿੱਠੀਆਂ ਪਹੁੰਚਾਉਂਦੇ ਸਨ, ਉਹਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਕੀ ਕਰੋਗੇ? ਸੈਣ ਨਾਈ ਬੁੱਤਕਾਰੀ ਆ, ਉਹ ਘਰ ਘਰ ਸੁਣਿਆ, ਉਹਨਾਂ ਦਾ ਕਿੱਤਾ ਪੜ੍ਹ ਕੇ ਵੇਖੋ ਕੀ ਸੀ। ਰਵਿਦਾਸ ਸਾਹਿਬ ਮਰੇ ਹੋਏ ਚਮੜੂ ਜਿਹੜੇ ਪਸ਼ੂ ਸਨ ਨਾ, ਹੱਥ ਵਿੱਚ ਉਹਨਾਂ ਨੇ ਹਥਿਆਰ ਫੜ ਕੇ ਤੇ ਉਹ ਚਮੜੀ ਲਾ ਕੇ ਲਿਆਣੀ, ਧੋਣੀ, ਸੁੱਕਣੇ ਪਾਉਣੀ, ਫਿਰ ਉਹਨਾਂ ਦੀ ਢੋਲਕੀਆਂ ਬਣਾਉਣੀਆਂ, ਉਹਨਾਂ ਦੇ ਜੋੜੇ ਬਣਾਉਣੇ, ਕਿਉਂਕਿ ਕੰਮ ਹੈ ਉਹਨਾਂ ਦਾ, ਕਿਰਤ ਹੈ। ਹੋਰ ਚਮੜਾ ਕਿੱਥੋਂ ਲੈ ਕੇ ਆਉਣਗੇ? ਉਹ ਦਰਖਤਾਂ ਨੂੰ ਤੇ ਚਮੜਾ ਨਹੀਂ ਨਾ ਲੱਗਦਾ। ਆ ਚਮੜੇ ਦਾ ਤਬਲਾ ਤੁਸੀਂ ਇੱਥੇ ਆਸਾ ਕੀ ਵਾਰ ਗਾਉਂਦੇ ਉਹਦੇ ਵਿੱਚੋਂ ਦੀ। ਔਰ ਇੱਕ ਹੋਰ ਅਰਜ਼ ਕਰਾਂ, ਮੇਰਾ ਵਿਸ਼ਾ ਨਹੀਂ ਪਰ ਮੇਰਾ ਸੁਭਾਅ ਹੈ ਕਿ ਚੱਲਦੇ ਵਿਸ਼ੇ 'ਚ ਗੱਲ ਸਮਝ ਪੈਣੀ ਚਾਹੀਦੀ ਹੈ ਸਾਨੂੰ। ਜਿਹੜੇ ਸਾਡੀਆਂ 'ਚ ਨਿੱਕੇ ਨਿੱਕੇ ਪ੍ਰੋਬਲਮ ਖੜੀਆਂ ਕੀਤੀਆਂ ਗਈਆਂ ਨੇ, ਆਹ ਨਹੀਂ ਕਰਨਾ, ਉਹ ਨਹੀਂ ਕਰਨਾ, ਆਹ ਨਹੀਂ ਖਾਣਾ,
मैं इन्हां गल पुछना चाहुंदा, ਜਿਹੜੀ बीबी चमड़े ਦਾ ਪਰਸ ਵਰਤਣਾ ਚਾਹੁੰਦੀ ਹੈ, ਜਿਹੜਾ ਭਰਾ ਚਮੜੇ ਦੀ ਬੈਲਟ ਲਾਉਣਾ ਚਾਹੁੰਦਾ ਹੈ, ਜਿਹੜੇ ਅਸੀਂ ਚਮੜੇ ਦੇ ਸਾਧਨ ਘਰਾਂ 'ਚ ਵਰਤਣੇ ਚਾਹੁੰਦੇ ਆ, ਇਹ ਨੈਚੁਰਲ ਡੈਥ ਦੇ ਨਾਲ ਹੋ ਰਿਹਾ, ਜੀਵਾਂ ਦੇ ਨੈਚੁਰਲ ਡੈਥ ਦੇ ਨਾਲ ਅਸੀਂ ਨਾ ਵਰਤ ਰਹੇ ਆ? ਨਹੀਂ। ਸਰਵੇ ਕਰਕੇ ਤੁਸੀਂ ਵੇਖ ਲਓ, ਗੂਗਲ ਦੇ ਵਿੱਚ ਸਰਚ ਕਰ ਲਓ, ਕੁੱਲ ਦੁਨੀਆ ਤੇ ਜਾਨਵਰ ਕਿੰਨੇ ਮਰਦੇ ਨੇ ਤੇ ਅਸੀਂ ਚਮੜਾ ਕਿੰਨਾ ਵਰਤਦੇ ਆ। ਮਾਰੇ ਜਾਂਦੇ ਨੇ ਤੇ ਅਸੀਂ ਚਮੜਾ ਘਰ ਵਰਤਦੇ ਆ। ਉਹ ਪ੍ਰਵਾਨ ਹੈ, ਉਹ ਪ੍ਰਵਾਨ ਹੈ ਸਾਨੂੰ। ਪਰ ਉਦਾਂ ਹੀ ਵਾਧੂ ਦੀਆਂ ਸਮੱਸਿਆ ਕੌਮੀ ਤੌਰ ਤੇ ਖੜੀਆਂ ਕਰਤੀਆਂ ਅਸੀਂ ਤੁਸੀਂ। ਰਵਿਦਾਸ ਸਾਹਿਬ ਚੰਮ ਦਾ ਕੰਮ ਕਰਦੇ ਨੇ, ਉਹਨਾਂ ਨੂੰ ਫਖਰ ਹੈ, ਉਹ ਕਹਿੰਦੇ ਕੋਈ ਗੱਲ ਹੀ ਕੋਈ ਨਹੀਂ ਹੈਗੀ। ਕਬੀਰ ਸਾਹਿਬ ਬੜੇ ਮਾਣ ਨਾਲ ਕਹਿੰਦੇ ਨੇ, ਮੇਰੀ ਜਾਤ ਕੋ ਸਭ ਕੋ ਹਸਨੇਹਾਰ, ਬਲਿਹਾਰੀ ਇਸ ਜਾਤ ਕੋ ਜੈ ਜਪਿਓ ਸਿਰਜਨਹਾਰ। ਤੁਸੀਂ ਜੁਲਾਹੇ ਨੂੰ ਇਸ ਰੂਪ ਚ ਨੀਵਾਂ ਵਿੰਦੇ ਹੋ, ਮੈਂ ਤੇ ਫਖਰ ਕਰਦਾ ਬਈ ਮੈਂ ਕਿਰਤੀ ਕਰਦਾ, ਡਾਕਾ ਤੇ ਨਹੀਂ ਨਾ ਮਾਰਦਾ। ਸਾਡੀਆਂ ਹੱਥਾਂ ਦੀਆਂ ਬਣੀਆਂ ਹੋਈਆਂ ਚੀਜ਼ਾਂ ਤੁਸੀਂ ਉੱਚ ਜਾਤੀ ਦੇ ਲੋਕ ਵਰਤਦੇ ਹੋ ਆਪਣੇ ਘਰਾਂ ਦੇ ਵਿੱਚ, ਉੱਥੇ ਤੁਹਾਨੂੰ ਨਹੀਂ ਦਿਖਦਾ ਕਿਤੇ ਹੱਥੋਂ ਬਣ ਕੇ ਆਈਆਂ ਨੇ। ਉਹ ਕਬੂਲ ਨੇ, ਉਹ ਪ੍ਰਵਾਨ ਨੇ। ਕਿਉਂ? ਕੋਈ ਬ੍ਰਾਹਮਣ ਜਦੋਂ ਢੋਲਕੀ ਵਜਾਏਗਾ ਆਪਣੀ ਭਗਤੀ ਕਰਨ ਲੱਗਿਆ, ਆਰਤੀ ਗਾਉਣ ਲੱਗਿਆ, ਤੇ ਢੋਲਕੀ ਉਹਨੇ ਬਣਾਈ ਹੈ, ਉਹ ਤੇ ਕੰਮ ਕਰਦਾ ਹੀ ਨਹੀਂ ਹੈ ਬ੍ਰਾਹਮਣ, ਉਹ ਤੇ ਕੰਮ ਸ਼ੂਦਰ ਨੂੰ ਦਿੱਤਾ ਗਿਆ। ਸ਼ੂਦਰ ਦੇ ਹੱਥਾਂ ਦੀ ਬਣੀ ਹੋਈ ਢੋਲਕੀ ਆਰਤੀ 'ਚ ਵਰਤੀ ਜਾ ਸਕਦੀ ਹੈ, ਪਰ ਸ਼ੂਦਰ ਆਰਤੀ ਵਿੱਚ ਸ਼ਾਮਲ ਨਹੀਂ ਹੋ ਸਕਦਾ, ਉਹਦੀ ਐਂਟਰੀ ਕੋਈ ਨਹੀਂ ਹੈਗੀ ਉੱਥੇ। ਦੁੱਧ ਕੱਢਣ ਦਾ ਕੰਮ, ਮੱਖਣ ਮਲਾਈ ਘਿਓ ਕੱਢਣ ਦਾ ਕੰਮ ਚੌਥੀ ਵਰਣ ਦਾ ਕੰਮ ਕਰੇਗਾ, ਉਹਦੇ ਹੱਥਾਂ ਦੇ ਪਕਵਾਨ ਬਣਾਏ ਜਾਣਗੇ, ਉਹ ਭੋਗ ਲੱਗਣ ਲਈ ਇੱਥੇ ਚੜਨਗੇ, ਪਰ ਉਹ ਇੱਥੇ ਨਹੀਂ ਆ ਸਕਦਾ। ਪ੍ਰੋਬਲਮ ਵੇਖੋ ਕਿੱਡੀ ਵੱਡੀ ਹੈ। ਬਣਾਏ ਉਹਦੇ ਜਾਣਗੇ, ਹੱਥ ਉਹਦੇ ਹੀ ਲੱਗਣਗੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਰੱਬ ਨੂੰ ਪਤਾ ਹੈ, ਰੱਬ ਨੂੰ ਵੀ ਕੁਮਹਾਰ ਕਿਹਾ ਗਿਆ। ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰੇ। ਜਿੱਥੇ ਬਾਣੀ ਵਿੱਚ ਆਖਿਆ ਕੁਮਹਾਰ ਪਰਮੇਸ਼ਵਰ ਵਾਹਿਗੁਰੂ ਨੇ ਮਿੱਟੀ ਦੇ ਨਾਲ ਹੀ ਸਾਰੇ ਪੁਤਲੇ ਸਾਰ ਦਿੱਤੇ, ਸਟਰਕਚਰ ਖੜੇ ਕਰ ਦਿੱਤੇ, ਉਹ ਕੁਮਹਾਰ ਹੈ। ਨੱਕ 'ਚ ਪੋਚ ਮਾਟੀ ਕੇ ਭਾਂਡੇ, ਨੱਕ 'ਚ ਪੋਚ ਕੁਮਹਾਰ ਹੈ। ਨਾ ਉਸ ਕੁਮਹਾਰ 'ਚ ਕਮੀ ਹੈ ਤੇ ਨਾ ਹੀ ਸਾਡੇ ਵਿੱਚ ਕੋਈ ਕਮੀ ਹੈ, ਬਣਾਇਆ ਹੀ ਕੰਪਲੀਟ ਹੈ ਉਹਨੇ। ਪੂਰੇ ਕਾ ਕੀਆ ਸਭ ਕੁਛ ਪੂਰਾ, ਘੱਟ ਵੱਧ ਕਿਛ ਨਾ ਹੈ। ਆਖਣ ਤਾਂ ਕੋ ਜਾਈਏ ਜੇ ਭੁੱਲੜਾ ਹੋਏ, ਜੇ ਹੋਏ ਭੁੱਲਾ ਜਾਏ ਕਹੀਏ, ਕਰਤਾ ਆਪ ਕਿਉਂ ਭੁੱਲੇ। ਉਹ ਘੁਮਿਆਰ ਕਿੱਡਾ ਕਮਾਲ ਦਾ। ਸਾਡੇ ਬਣਾਈਆਂ ਹੋਈਆਂ ਚੀਜ਼ਾਂ 'ਚ ਕੋਈ ਕਮੀ ਲੱਭ ਸਕਦਾ? ਅਸੀਂ ਰੰਦਾ ਫੇਰੀਏ ਨਾ ਕਿਸੇ ਚੀਜ਼ ਤੇ, ਕੋਈ ਕਹੇਗਾ ਜੀ ਪਲੰਗ ਤੇ ਬੜਾ ਸੋਹਣਾ ਬਣਾਇਆ, ਇੱਥੇ ਕਮੀ ਹੈ ਇੱਕ ਨਿੱਕੀ ਜੀ। ਕੋਈ ਸਾਡੇ ਫਰਨੀਚਰ 'ਚ ਕਮੀ ਕੱਢ ਸਕਦਾ, ਸਾਡੇ ਰੰਦੇ 'ਚ ਕਮੀ ਨਿਕਲ ਸਕਦੀ ਹੈ। ਜਿਹੜਾ ਰੱਬ ਨੇ ਫੇਰਿਆ ਨਾ, ਕੋਈ ਕਮੀ ਨਹੀਂ ਕੱਢ ਸਕਦਾ। ਕਿੱਡੇ ਪਿਆਰੇ ਸ਼ਬਦ ਕਹੇ ਗਏ ਇੱਕ ਕਵੀ ਵੱਲੋਂ। ਉਹ ਕਹਿੰਦਾ, ਵਾਹ ਬਲਿਹਾਰੀ ਜਾਵਾਂ ਨਿਤ ਉਸ ਦੀ ਸ਼ਾਨ ਤੋਂ, ਉਸੇ ਦੀਆਂ ਕੁਦਰਤਾਂ ਬਣਾਈਆਂ ਤੁੱਛ ਬੰਦਾ ਏ। ਉਹ ਕਹਿੰਦਾ, ਅੱਡੋ ਅੱਡ ਹੱਡੀਆਂ ਦੇ ਜੋੜ ਜੋੜੇ ਜੁਗਤ ਨਾਲ ਕੀਤੀ ਏ ਸਫਾਈ, ਸੋਹਣਾ ਫੇਰ ਫੇਰ ਰੰਦਾ ਏ। ਕਮਾਲ ਹੀ ਢਾਂਚਾ ਸਿਰਜਿਆ ਉਹਨੇ, ਕਮਾਲ ਹੀ ਚੀਜ਼ ਬਣਾਤੀ। ਇਨਸਾਨ, ਜੀਵ ਜੰਤੂ, ਪਸ਼ੂ ਪਰਿੰਦੇ ਬੰਦਾ ਨਹੀਂ ਬਣਾ ਸਕਦਾ। ਬੰਦਾ ਕਾਢਾਂ ਹੋਰ ਕੱਢ ਸਕਦਾ, ਮਸ਼ੀਨੀ ਯੁੱਗ 'ਚ ਤਰੱਕੀ ਕਰ ਸਕਦਾ। ਬੰਦੇ ਨੂੰ ਕਹੋ ਇੱਕ ਪੰਛੀ ਬਣਾ ਦੇ, ਜਿਉਂਦਾ ਜਾਗਦਾ ਉੱਡ ਜਾ ਜਿਹੜਾ ਅਸਮਾਨ ਦੇ ਵਿੱਚ, ਉਹ ਸੈੱਲ ਫਿੱਟ ਕਰੇਗਾ ਉਹਦੇ ਵਿੱਚ, ਤੇ ਉਹ ਸੈੱਲ ਜਦੋਂ ਫਿਊਜ਼ ਹੋਇਆ, ਬੈਟਰੀ ਮੁੱਕੀ, ਉਹਨੇ ਥੱਲੇ ਡਿੱਗ ਪੈਣਾ। ਇੱਕ ਪਰਿੰਦਾ ਜਿਹੜਾ ਅਸਮਾਨਾਂ ਦੀਆਂ ਉਚਾਈਆਂ ਤੱਕ ਜਾਂਦਾ ਤੇ ਉੱਡੀ ਜਾਂਦਾ ਆਪਣੀ ਮਰਜ਼ੀ ਦੇ ਨਾਲ। ਕੈਸੀ ਕੁਦਰਤ ਦੀ ਬਣਤਰ ਹੈ ਉਸ ਕਾਦਰ ਦੀ, ਵਾਹਿਗੁਰੂ ਦੀ। ਉਹ ਕਹਿੰਦਾ, ਅੱਡੋ ਅੱਡ ਹੱਡੀਆਂ ਤੇ ਜੋੜ ਜੋੜੇ ਜੁਗਤ ਨਾਲ ਕੀਤੀ ਇਹ ਸਫਾਈ, ਸੋਹਣਾ ਫੇਰ ਫੇਰ ਰੰਦਾ ਹੈ। ਬਾਹਰੋਂ ਸੋਹਣਾ ਪੋਚੇ ਨਾਲ ਪੋਚਿਆ, ਮਿਨਾਰਾ ਸੋਹਣਾ ਵਿੱਚ ਭਰ ਦਿੱਤਾ ਮਾਲ ਗੰਦਾ ਹੈ। ਖੂਨ, ਰਕਤ, ਨਾੜੀਆਂ ਸਭ ਅੰਦਰ ਭਰੀਆਂ ਹੋਈਆਂ ਨੇ, ਚੰਮ ਨਾਲ ਢੱਕ ਦਿੱਤੀਆਂ ਸਾਰੀਆਂ, ਸਭ ਅੰਦਰ ਹੈ। ਜਿੰਨਾ ਗੰਦ ਪਿਲ ਸਭ ਬੰਦੇ ਦੇ ਅੰਦਰ ਹੀ ਲੈ ਕੇ ਜਾਈ ਜਾਂਦਾ, ਹਰ ਜਗ੍ਹਾ ਤੇ ਅੰਦਰ ਹੀ ਹੈ ਬੰਦੇ ਦੇ। ਬਾਹਰ ਇਹ ਥੋੜਾ ਅੰਦਰੋਂ ਦੀ ਉਹ ਵਾਸ਼ ਕਰਾ ਕੇ ਫਿਰ ਆਉਂਦਾ ਧਾਰਮਿਕ ਸਥਾਨਾਂ ਤੇ, ਸਭ ਕੁਝ ਬੰਦੇ ਦੇ ਅੰਦਰ ਹੀ ਪਿਆ ਹੁੰਦਾ, ਨਹੀਂ ਨਾਲ ਹੀ ਲਈ ਫਿਰਦਾ। ਹੁਣ ਇਸੇ ਕਰਕੇ ਧਾਰਮਿਕ ਸਥਾਨਾਂ 'ਚ 4-4 ਕਦਮ ਤੇ ਵਾਸ਼ਰੂਮ ਵੀ ਬਣਾਏ ਹੁੰਦੇ ਨੇ। ਕਿਉਂ ਬਣਾਏ ਨੇ? ਬੰਦੇ ਦੇ ਅੰਦਰ ਹੀ ਸਭ ਕੁਝ ਧਰਿਆ ਧਰਾਇਆ ਪਿਆ ਹੈ। ਉਹ ਕਹਿੰਦਾ, ਬਾਹਰੋਂ ਸੋਹਣਾ ਪੋਚੇ ਨਾਲ ਪੋਚਿਆ, ਮਿਨਾਰਾ ਸੋਹਣਾ ਵਿੱਚ ਭਰ ਦਿੱਤਾ ਮਾਲ ਗੰਦਾ। ਬੰਦਾ ਉਹਦਾ ਹੋ ਕੇ ਕਰੇ ਬੰਦਗੀ ਤਾਂ ਬੰਦਾ ਚੰਗਾ, ਬੰਦਗੀ ਬਗੈਰ ਬੰਦਾ ਗੰਦਗੀ ਤੋਂ ਗੰਦਾ ਹੈ। ਜਿਹੜੀ ਚੀਜ਼ ਤੂੰ ਬਾਹਰ ਵੇਖ ਕੇ ਅੱਖਾਂ ਬੰਦ ਕਰਦਾ ਨਾ, ਨਾਸਾਂ ਬੰਦ ਕਰਦਾ, ਉਹਦੇ ਨਾਲ ਵੀ ਕਿਤੇ ਜਾ ਗੁਜ਼ਰੇਗਾ ਤੂੰ। ਇਹ ਧਿਆਨ ਰੱਖੀ। ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ। ਕੀੜਿਆਂ ਨਾਲੋਂ ਬੱਤਰ ਕੀੜਾ ਤੂੰ ਸਾਬਤ ਹੋਏਗਾ ਇਸ ਧਰਤੀ ਤੇ, ਜੇ ਤੇਰੇ ਕੋਲ ਇੱਕ ਚੀਜ਼ ਨਹੀਂ ਹੈਗੀ ਤਾਂ।
ਗੁਰੂ ਮਹਾਰਾਜ ਜੀ ਨੇ ਸਾਨੂੰ ਸਭਨਾਂ ਨੂੰ ਸੱਚ ਨਾਲ, ਗੁਣਾਂ ਨਾਲ, ਗਿਆਨ ਨਾਲ, ਕੁਦਰਤੀ ਸਰੋਤਾਂ ਨਾਲ, ਮਾਨਵਤਾ ਦੇ ਪਿਆਰ ਨਾਲ, ਪਰਉਪਕਾਰਾਂ ਨਾਲ, ਇਹਨਾਂ ਨਾਲ ਨਿਵਾਜ਼ਿਆ ਮਹਾਰਾਜ ਜੀ ਨੇ ਸਾਨੂੰ। ਤੇ ਬੇਨਤੀ ਇਹ ਕਰ ਰਿਹਾ ਸਾਂ ਕਿ ਗੁਰੂ ਮਹਾਰਾਜ ਨੇ ਜਿਵੇਂ ਉਹਨਾਂ ਤੇ ਸਵਾਲ ਚੁੱਕੇ, ਇਸੇ ਤਰ੍ਹਾਂ ਅੱਜ ਸਿੱਖ ਕਹਾਉਣ ਵਾਲੇ ਤੇ ਵੀ ਸਵਾਲ ਉੱਠਣਗੇ। ਤੇ ਪਤਾ ਸਵਾਲ ਕਿੰਨੇ ਕਰਨੇ ਜੇ? ਸਾਡੇ ਹੀ ਬੱਚਿਆਂ ਨੇ, ਸਾਡੇ ਹੀ ਬੱਚਿਆਂ ਨੇ। ਸਾਡੇ ਬੱਚਿਆਂ ਨੇ ਕਹਿਣਾ ਆ ਗੁਰੂ ਮਹਾਰਾਜ ਜੀ ਦੇ ਵੇਲੇ ਸੀ ਜੋ ਤੁਸੀਂ ਕਹਿ ਰਹੇ ਹੋ, ਇਹ ਜਿਹੜੀ ਮਰਿਆਦਾ ਤੁਸੀਂ ਸਾਨੂੰ ਦੱਸ ਰਹੇ ਹੋ ਇਹ ਗੁਰੂ ਮਹਾਰਾਜ ਜੀ ਨੇ ਬਣਾਈ ਸੀ। ਇਹ ਜੋ ਤੁਸੀਂ ਫਰਕ ਪਾ ਰਹੇ ਹੋ ਗੱਲ ਦੇ ਵਿੱਚ, ਲੌਜਿਕ, ਬੱਚੇ ਤੇ ਲੌਜਿਕ ਮੰਗ ਰਹੇ ਨੇ ਅੱਜ ਦੇ। ਉਹਨਾਂ ਨੇ ਕਹਿਣਾ ਲੌਜੀਕਲੀ ਗੱਲ ਕਰੋ। ਔਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਲੌਜੀਕਲ ਜੇ, ਕੁਐਸਚਨ ਆਨਸਰਾਂ ਦੇ ਆਧਾਰ ਤੇ ਉਹਦੇ ਤੇ ਉਹਦਾ ਬੇਸ ਵੇਖੋ ਕਿੱਡਾ ਮਜ਼ਬੂਤ ਹੁੰਦਾ ਕਿ ਹੁਕਮ ਦੇ ਲਾਅ ਆਫ ਨੇਚਰ ਦੇ ਅਕੋਰਡਿੰਗ ਜਿਹੜੀ ਗੱਲ ਫੱਬ ਰਹੀ ਹੈ, ਕੁਦਰਤ ਦੇ, ਗੈਰ ਕੁਦਰਤੀ ਕੋਈ ਗੱਲ ਨਹੀਂ ਪ੍ਰਵਾਨ ਕੀਤੀ ਗੁਰੂ ਮਹਾਰਾਜ ਨੇ। ਇੱਕ ਵੀ ਗੱਲ ਗੁਰੂ ਗ੍ਰੰਥ ਸਾਹਿਬ 'ਚ ਗੈਰ ਕੁਦਰਤੀ ਨਹੀਂ ਹੈਗੀ। ਅਸੀਂ ਕਿੰਨੇ ਵਿਸ਼ਵਾਸ ਨਾਲ ਗੈਰ ਕੁਦਰਤੀ ਜ਼ਿੰਦਗੀ ਦੇ ਵਿੱਚ ਅਪਣਾਏ ਹੋਏ ਨੇ। ਔਰ ਸਾਡੇ ਜਿਹੜੇ ਰਿਚੁਅਲਸ ਨੇ, ਕਹਿ ਲਈਏ ਮਰਿਆਦਾ, ਅਸੀਂ ਬਣਾ ਲੈਂਦੇ ਹਾਂ। ਨਿੱਕੀ ਜਿਹੀ ਗੱਲ ਤੇ ਰੋਲਾ ਪੈ ਜਾਂਦਾ ਹੈ। ਉਦਾਹਰਨ ਤੌਰ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਹੀ ਖੜਨਾ ਹੋਵੇ, ਆਪਾਂ ਇੱਕ ਉਦਾਹਰਨ ਹੈ, ਸਰੂਪ ਹੀ ਖੜਨਾ ਹੋਵੇ, ਘਰ ਲੈ ਕੇ ਜਾਣਾ ਹੋਵੇ ਤੇ ਪਤਾ ਫਿਕਰ ਕੀ ਪੈ ਜਾਂਦੀ ਹੈ? ਪਾਣੀ ਦੀ ਕੌਲੀ ਲਿਆਓ, ਫਟਾਫਟ ਲੱਭ ਨਹੀਂ ਰਹੀ ਜੀ ਕੌਲੀ, ਰੋਕ ਲਓ ਸਰੂਪ ਇੱਥੇ। ਉਹ ਭਾਈ ਸਰੂਪ ਲੈ ਕੇ ਖਲੋਤਾ ਹੈ, ਪਾਣੀ ਦੀ ਕੌਲੀ ਨਹੀਂ ਆਏਗੀ, ਉਹ ਨਹੀਂ ਚੱਲ ਇੱਕ ਕਦਮ ਪੁੱਟ ਸਕਦਾ। ਹੁਣ ਉਹਨਾਂ ਕੋਈ ਵੀਰਾਂ ਨੂੰ ਪੁੱਛੇ ਜੀ ਪਾਣੀ ਕਿਉਂ? ਉਹ ਉਂਗਲਾਂ ਵਿੱਚ ਡਬੋ ਕੇ ਤੇ ਐਵੇਂ ਐਵੇਂ ਤਰਾਉਣ ਨਾਲ ਤੁਸੀਂ ਦੱਸੋ ਕੁਝ ਹੋ ਰਿਹਾ ਇਹਦੇ ਨਾਲ? ਤੁਹਾਨੂੰ ਲੱਗਦਾ ਇਦਾਂ ਹੁੰਦਾ? ਫਿਰ ਇਹ ਸ਼ਬਦ ਕਿਉਂ ਪੜ੍ਹਦੇ ਹੋ ਤੁਸੀਂ? ਜਿੱਥੇ ਜਾਹੇ ਬਾਹੇ ਮੇਰਾ ਸਤਿਗੁਰੂ ਸੁਥਾਨ ਸੁਹਾਵਾ ਰਾਮ ਰਾਜ, ਸਥਾਨ ਤੇ ਤੁਹਾਡੇ ਪਾਣੀ ਨਾਲ ਹੋ ਰਹੇ ਨੇ ਸੁਹਾਵੇ। ਉਹਦਾ ਰੀਜ਼ਨ ਨਹੀਂ ਜਾਣਨ ਦੀ ਕੋਸ਼ਿਸ਼ ਕਰ ਰਹੇ ਵੀ ਇਹ ਕਿਸੇ ਵੇਲੇ ਸੀ, ਲੋੜ ਸੀ ਉਹਦੀ, ਅੱਜ ਲੋੜ ਨਹੀਂ ਹੈਗੀ ਉਹਦੀ, ਉਹਨਾਂ ਗੱਲਾਂ ਦੀ। ਜਿਸ ਵੇਲੇ ਲੋੜ ਸੀ ਨਾ, ਉਦੋਂ ਗੁਰੂ ਮਹਾਰਾਜ ਨੇ ਨਿਕਲਣਾ। ਪਤਾ ਲੱਗਾ ਕਿ ਕਾਫਲਾ ਲੰਘ ਰਿਹਾ ਗੁਰੂ ਮਹਾਰਾਜ ਜੀ ਦਾ, ਗੁਰੂ ਸਿੱਖਾਂ ਦਾ ਕਾਫਲਾ ਲੰਘ ਰਿਹਾ, ਘੋੜਿਆਂ ਤੇ ਸਵਾਰ ਨੇ, ਸਾਡੇ ਪਿੰਡ ਦੇ ਇਸ ਨਗਰ ਦੇ ਇਲਾਕੇ ਚੋਂ ਗੁਰੂ ਸਾਹਿਬ ਨੇ ਲੰਘ ਕੇ ਜਾਣਾ। ਤੇ ਮਿੱਟੀ ਹੁੰਦੀ ਸੀ ਉਦੋਂ, ਕੱਚੀਆਂ ਥਾਵਾਂ ਸਨ, ਧੂੜ ਮਿੱਟੀ ਉੱਡਦੀ ਹੈ, ਸੜਕਾਂ ਤੇ ਹੈ ਨਹੀਂ ਸਨ ਪੱਕੀਆਂ, ਨਾ ਪਲਸਤਰ ਤੇ ਨਾ ਫਰਸ਼ ਤੇ ਨਾ ਉੱਥੇ ਟਾਈਲਾਂ ਲੱਗੀਆਂ ਨੇ, ਕੱਚੇ ਥਾਂ ਨੇ, ਮਿੱਟੀ ਹੈ। ਜਦੋਂ ਕਾਫਲਾ ਜਾਣਾ ਤੇ ਮਿੱਟੀ ਘੱਟਾ ਉੱਡੇਗਾ ਤੇ ਪਿੰਡ ਵਾਲਿਆਂ ਨੇ ਸੇਵਾਵਾਂ ਵੰਡ ਲੈਣੀਆਂ ਕਿ ਕੁਛ ਆਪਾਂ ਇੱਥੋਂ ਨਿਕਲੇ ਕਾਫਲੇ ਸਾਧ ਸੰਗਤ ਲਈ ਲੰਗਰ ਵੀ ਬਣਾਉਣਾ, ਤੇ ਜਦੋਂ ਉਹ ਇੱਥੋਂ ਦੀ ਲੰਘਣ ਤੇ ਆਪਾਂ ਇੱਥੇ ਪਹਿਲਾਂ ਹੀ ਪਾਣੀ ਤਰੋਂਕ ਕੇ ਰੱਖੀਏ। ਪਾਣੀ ਤਰੋਂਕਣਾ ਉਹਨਾਂ ਨੇ ਬਾਲਟੀਆਂ ਲੈ ਲੈ ਕੇ, ਮਿੱਟੀ ਨਾ ਉੱਡੇ। ਸਾਧ ਸੰਗਤ ਨੇ ਸੇਵਾ ਕਰਨੀ ਹੈ, ਇੱਥੇ ਸੰਗਤ ਸਜੇਗੀ, ਮਿੱਟੀ ਨਾ ਉੱਡੇ, ਪਾਣੀ ਤਰੋਂਕ ਦਵੋ ਪਹਿਲਾਂ ਹੀ। ਗੁਰੂ ਮਹਾਰਾਜ ਆਉਣ ਵਾਲੇ ਨੇ, ਇਹ ਰੀਜ਼ਨ ਸੀ ਉਦੋਂ, ਇਤਿਹਾਸਕ ਤੌਰ ਤੇ ਲੋੜ ਸੀ ਉਹਦੀ। ਅਸੀਂ ਇੱਕ ਕੌਲੀ ਨਾਲ ਹੀ ਸਾਰ ਦਿੰਦੇ ਹਾਂ 4 ਮਾਈਲ ਤੇ। ਫਿਰ ਜਦੋਂ ਗੱਡੀ 'ਚ ਬੈਠ ਕੇ ਜਾਣੇ ਉਹ ਸਰੂਪ ਲੈ ਕੇ, ਉਦੋਂ ਵੀ ਤਰੋਂਕਦੇ ਆਪਾਂ ਬੋਨਟ ਤੇ ਬਹਿ ਕੇ। ਉਹ ਰਸਤਾ ਨਹੀਂ ਹੈਗਾ, ਉੱਥੇ ਗੰਦ ਪਿਲ ਨਹੀਂ ਪਿਆ ਹੋਇਆ ਜਿੱਥੋਂ ਮਹਾਰਾਜ ਗੱਡੀ 'ਚ ਅਸੀਂ ਲੈ ਕੇ ਗਏ ਆ। ਕਿਵੇਂ ਕਰੋਗੇ ਤੁਸੀਂ ਇੱਥੇ? ਫਿਰ ਬਹਿ ਕੇ ਵੇਖ ਲਓ, ਅਗਲੇ ਤੁਹਾਡੇ ਨਾਲ ਟਿਕਟ ਜੇਬ 'ਚ ਪਾ ਕੇ ਗਏ ਤਾਂ ਸੰਭਵ ਨਹੀਂ ਹੈਗੀਆਂ ਇਹ ਗੱਲਾਂ। ਪਰ ਘਰ ਦੇ ਵਿੱਚ ਵੀ ਰੌਲਾ ਪੈ ਜਾਂਦਾ, ਫਟਾਫਟ ਲੈ ਕੇ ਆਓ। ਭਾਵੇਂ ਸਰੂਪ ਚੁੱਕਣ ਵਾਲਾ ਤਿਲਕ ਜਾਏ ਪੌੜੀਆਂ ਤੋਂ, ਫਸਟ ਫਲੋਰ ਸੈਕਿੰਡ ਫਲੋਰ ਤੇ ਚੜ੍ਹਨਾ, ਪੌੜੀਆਂ ਨੇ, ਪੱਥਰ ਲੱਗਾ ਹੋਇਆ, ਪਾਣੀ ਸੁੱਟਣਾ ਜ਼ਰੂਰੀ ਹੈ, ਭਾਵੇਂ ਪੈਰ ਤਿਲਕਦਾ ਤੁਹਾਡੀ ਜ਼ਿੰਮੇਵਾਰੀ ਹੈ, ਸਰੂਪ ਸੰਭਲ ਕੇ ਫੜ ਲਓ, ਅਸੀਂ ਤੇ ਸੁੱਟਣਾ। ਇਹ ਸਾਡਾ ਸਤਿਕਾਰ ਹੈ। ਰੀਜ਼ਨ ਨਹੀਂ ਸਮਝਣਾ ਕਿਉਂ ਹੈ ਲੋੜ, ਉਹਦੇ ਉਸ ਵਕਤ ਲੋੜ ਸੀ, ਉਹਦੀ ਜ਼ਰੂਰਤ ਸੀ, ਅੱਜ ਨਹੀਂ ਹੈਗੀ। ਕਿਸੇ ਵੇਲੇ ਜ਼ਰੂਰਤ ਸੀ ਗੁਰੂ ਗ੍ਰੰਥ ਸਾਹਿਬ ਦਾ, ਸਿੱਖਾਂ ਨੇ ਪਾਠ ਕਰਨਾ ਹੁੰਦਾ ਸੀ। 1746 ਵਿੱਚ ਪਹਿਲਾ ਅਖੰਡ ਪਾਠ ਸਾਹਿਬ ਛੋਟੇ ਘੱਲੂਕਾਰੇ ਦੇ ਦੌਰਾਨ ਰੱਖਿਆ ਗਿਆ। ਭੀੜ ਬਣੀ, ਜੈਨੋਸਾਈਡ ਹੋਇਆ, ਗੁਰਸਿੱਖਾਂ ਨੇ ਆਖਿਆ ਬਾਣੀ ਤਾਂ ਪੜ੍ਹਨੀ ਹੈ ਆਪਾਂ। ਭੀੜ ਬਣੀ ਹੈ, ਪਿੱਛੋਂ ਫੌਜ ਵੀ ਆ ਰਹੀ ਹੈ, ਲਗਾਤਾਰ ਪਾਠ ਕਰੋ ਰਲ ਮਿਲ ਕੇ, ਇੱਕ ਦੇ ਬਾਅਦ ਇੱਕ ਬਹਿ ਜਾਵੋ, ਪਾਠ ਸਾਰਿਆਂ ਨੇ ਪੜ੍ਹ ਕੇ ਸਰੂਰ ਲੈਣਾ ਹੈ, ਤਾਕਤ ਲੈਣੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚੋਂ ਦੀ ਉਹ ਪਿਆਸ ਲੈਣੀ, ਉਹ ਜੁਰਤ ਪੈਦਾ ਕਰਨੀ ਹੈ ਆਪਣੇ ਅੰਦਰ, ਅਣਖ ਰੱਖਣੀ ਹੈ, ਡਰਨਾ ਨਹੀਂ ਅਸੀਂ। ਉਹਨਾਂ ਨੇ ਬਾਣੀ ਵਾਰੀ ਵਾਰੀ ਬੈਠ ਕੇ ਪੜ੍ਹਨੀ। ਉੱਥੋਂ ਦੀ ਇਹ ਮਰਿਆਦਕ ਤੌਰ ਤੇ ਅਸੀਂ ਅੱਜ ਅਖੰਡ ਪਾਠ ਜਿਹੜਾ ਰੱਖਦੇ ਹਾਂ ਲਗਾਤਾਰ ਵਾਲਾ, ਉੱਥੋਂ ਦੀ ਆਰੰਭ ਹੁੰਦਾ ਲਗਾਤਾਰ, ਉਸ ਤੋਂ ਪਹਿਲਾਂ ਕੋਈ ਇਤਿਹਾਸ ਹਵਾਲਾ ਨਹੀਂ ਮਿਲਦਾ। ਹੁਣ ਉਹ ਰਾਤ ਨੂੰ ਵੀ ਪੜ੍ਹਨੀ ਹੈ, ਉਸ ਵੇਲੇ ਲਾਈਟਾਂ ਨਹੀਂ ਹੈਗੀਆਂ, ਬਲਬ ਨਹੀਂ ਹੈਗੇ, ਜਨਰੇਟਰ ਇਨਵੇਟਰ ਨਹੀਂ ਹੈਗੇ, ਤੇ ਕੀ ਕੀਤਾ ਜਾਏ? ਉਹਨਾਂ ਨੇ ਦੀਵੇ ਦੇ ਵਿੱਚ ਵੱਟੀ ਪਾ ਕੇ, ਘਿਓ ਪਾ ਕੇ ਜਾਂ ਤੇਲ, ਜੋ ਵੀ ਸਾਧਨ ਹੈ, ਉਹਨਾਂ ਨੇ ਦੀਵਾ ਲਾਗੇ ਰੱਖਣਾ, ਦੀਵਾ ਬਲਣਾ,
ਲਾਲਟਨ ਰੱਖਣੀ ਹੈ, ਉਹਨੂੰ ਜੋ ਮਰਜ਼ੀ ਨਾਮ ਦੇ ਲਓ ਤੁਸੀਂ, ਦੀਵਾ ਕਹਿ ਲਓ, ਜੋਤ ਕਹਿ ਲਓ, ਜੋ ਮਰਜ਼ੀ ਨਾਮ ਦੇ ਲਓ ਤੁਸੀਂ। ਉਹ ਲਾਈਟ ਸਾਧਨ ਚਾਹੀਦਾ, ਬਾਣੀ ਪੜ੍ਹਨੀ ਹੈ। ਸ਼ਾਮਾਂ ਪੈ ਗਈਆਂ ਨੇ, ਹਨੇਰਾ ਹੋ ਰਿਹਾ, ਦੀਵਾ ਬਾਲ ਲਵੋ ਜੀ। ਗੁਰੂ ਗ੍ਰੰਥ ਸਾਹਿਬ ਦੇ ਲਾਗੇ ਇਹ ਚੀਜ਼ਾਂ ਸ਼ਾਮ ਪੈਣ ਤੋਂ ਪਹਿਲੇ ਰੱਖ ਦਿੱਤੀਆਂ ਜਾਣ, ਧਿਆਨ ਨਾਲ, ਇਹ ਹਨੇਰਾ ਪਵੇ, ਪੜ੍ਹਨ ਵਾਲੇ ਨੂੰ ਖਿਆਈ ਨਾ ਆਵੇ ਜੀ। ਲਾਈਟ ਦਾ ਪ੍ਰਬੰਧ ਹੋਣਾ ਚਾਹੀਦਾ, ਸੁਚੱਜੀ ਗੱਲ ਸੀ। ਪਰ ਕੀ ਸਾਧ ਸੰਗਤ ਜੀ, ਅੱਜ ਸ਼ਾਮਾਂ ਪੈਣ ਦੀ ਲੋੜ ਉਡੀਕਦੇ ਹਾਂ ਆਪਾਂ, ਅਸੀਂ ਤੇ ਦਿਨੇ ਜਗਾਈ ਫਿਰਦੇ ਹਾਂ ਲਾਈਟਾਂ। ਹੁਣ ਦੀਵਿਆਂ ਦੀ ਲੋੜ ਹੈ, ਹੁਣ ਸਾਨੂੰ ਦੀਵਿਆਂ ਦੀ, ਜੋਤਾਂ ਦੀ ਲੋੜ ਹੈ। ਉਹ ਤਾਂ ਲੋੜ ਸੀ ਕਦੀ, ਇਹਨੂੰ ਮਰਿਆਦਾ ਬਣਾ ਦਿੱਤਾ ਗਿਆ। ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਅਖੰਡ ਪਾਠ ਨੇ, ਨਾਲ ਹੀ ਜੋਤ ਬਾਲ ਦੋ ਦੇਸੀ ਘਿਓ ਦੀ, ਨਾਰੀ ਨਾਰੀਅਲ ਰੱਖ ਦੋ। ਉਹਨਾਂ ਵੀਰਾਂ ਭਰਾਵਾਂ ਨੂੰ ਇਹ ਪਤਾ ਹੋਣਾ ਚਾਹੀਦਾ, ਨਾਰੀਅਲ ਜਦੋਂ ਰੱਖਿਆ ਗਿਆ ਸੀ ਉਦੋਂ ਇਹ ਸੀ ਕਿ ਜਿਹੜਾ ਉਹਦੇ 'ਚ ਪਾਣੀ ਹੈ। ਅੱਜ ਵੀ ਤੁਸੀਂ ਕਦੀ ਜਾਓ ਨਾ ਉੜੀਸਾ ਵਾਲੇ ਪਾਸੇ, ਉੜੀਸਾ ਜਾਓ, ਕਲਕੱਤੇ ਵਾਲੇ ਪਾਸੇ ਜਾਓ, ਉੱਥੇ ਅਸੀਂ 3-4 ਸਾਲ ਪ੍ਰਚਾਰ ਕੀਤਾ ਉਹਨਾਂ ਖਿੱਤਿਆਂ ਦੇ ਵਿੱਚ। ਉੱਥੇ ਲੋਕੀ ਜਦੋਂ ਸਫ਼ਰ ਅੱਜ ਵੀ ਕਰਦੇ ਨੇ ਨਾ, ਉੜੀਆ ਲੋਕ ਬੱਸਾਂ 'ਚ, ਟ੍ਰੇਨਾਂ 'ਚ, ਉਹ ਆਪਣੇ ਬੈਗ ਦੇ ਵਿੱਚ ਕੱਚੇ ਨਾਰੀਅਲ ਰੱਖਦੇ ਨੇ, ਉਹਨੂੰ ਡਾਬ ਕਹਿੰਦੇ ਨੇ। ਡਾਬ ਦਾ ਪਾਣੀ ਬੜਾ ਚੰਗਾ ਹੁੰਦਾ ਹੈ, ਕੋਕੋਨਟ ਵਾਟਰ ਓਰੀਜਨਲ। ਉਸ ਵੇਲੇ ਵੀ ਸਿੱਖਾਂ ਨੇ ਵੀ ਯੂਜ਼ ਕਰਨਾ, ਕਿਉਂਕਿ ਪਾਣੀ ਦਾ ਪ੍ਰਬੰਧ ਨਹੀਂ ਹੈਗਾ, ਪਹਿਲੇ ਲਿਆ ਕੇ ਰੱਖ ਲਵੋ ਤੇ ਓਰੀਜਨਲ ਪਾਣੀ, ਇਹਨਾਂ ਪੇਟ ਖਰਾਬ ਹੁੰਦਾ ਤੇ ਲੋੜ ਪੈਂਦੇ ਗਿਰੀ ਵੀ ਖਾ ਲਵੋ ਉਹਦੇ ਵਿੱਚੋਂ ਦੀ ਤੁਸੀਂ। ਉਹ ਫਰੂਟ ਹੈ, ਉਹਦੇ 'ਚ ਪਾਣੀ ਚਾਹੀਦਾ ਹੈ, ਸਾਧਨ ਹੈ, ਔਰ ਐਸਾ ਫਰੂਟ ਹੈ ਜਿਹੜਾ ਛੇਤੀ ਖਰਾਬ ਨਹੀਂ ਹੋਣ ਵਾਲਾ। ਸੇਬ ਕੇਲੇ ਅਗਲੇ 2 ਦਿਨਾਂ ਬਾਅਦ ਰੰਗ ਛੱਡ ਜਾਣਗੇ, ਉਹ ਤੁਸੀਂ ਮਹੀਨੇ ਬਾਅਦ ਵੀ ਵਰਤ ਸਕਦੇ ਹੋ। ਫਰੂਟ ਹੈ, ਯੂਜ਼ ਕੀਤਾ ਜਾ ਸਕਦਾ। ਪਰ ਅਸੀਂ ਹੁਣ ਅਖੰਡ ਪਾਠ ਦੇ ਨਾਲ ਨਾਰੀਅਲ ਲਿਆ ਕੇ ਟਕਾਤਾ ਲਾਲ ਜਿਹੇ ਕੱਪੜੇ 'ਚ ਪਾ ਕੇ। ਕੋਈ ਹੈ ਸੈਂਸ ਹੁਣ? ਉੱਥੇ ਜਿੱਥੋਂ ਮਰਜ਼ੀ ਪਾਣੀ ਟੂਟੀਆਂ ਦੇ ਵਿੱਚੋਂ ਪੀ ਲਵੋ ਤੁਸੀਂ, ਕੋਈ ਦੂਰ ਦੁਰਾਡੇ ਜਾਣ ਦੀ ਲੋੜ ਹੀ ਕੋਈ ਨਹੀਂ। ਉਸ ਵੇਲੇ ਪਾਣੀ ਪੀਣ ਵਾਸਤੇ ਪਾਠੀਆਂ ਨੂੰ ਚਾਹੀਦਾ, ਦੂਰ ਦੁਰਾਡੇ ਖੂਹਾਂ ਤੋਂ ਪਹਿਲਾਂ ਹੀ ਐਡਵਾਂਸ ਭਰ ਕੇ ਲਿਆ ਕੇ ਇੱਕ ਮਟਕਾ ਪਾਠੀਆਂ ਲਈ ਰੱਖ ਦੇਵੋ, ਤੇ ਰੱਖਿਆ ਜਾਂਦਾ ਸੀ। ਪਰ ਹੁਣ ਉਦਾਂ ਹੀ ਮਟਕਾ ਟਕਾਤਾ ਜਾਵੇ ਕਿ ਅਖੰਡ ਪਾਠ ਰੱਖਣਾ, ਇੱਕ ਨਿੱਕਾ ਜਿਹਾ ਮਟਕਾ ਰੱਖ ਦਿਓ, ਉਹਦੇ ਉੱਤੇ ਨਾਰੀਅਲ ਟਕਾ ਦੇਵੋ। ਹੁਣ ਸਮਝੀਏ ਸਾਧ ਸੰਗਤ ਜੀ, ਅਸੀਂ ਡਿਪੈਂਡ ਨਹੀਂ ਕਰ ਰਹੇ ਸਾਰਾ ਕੁਝ। ਉਹ ਚੀਜ਼ਾਂ ਨਹੀਂ ਹੋਣਗੀਆਂ ਤੇ ਆ ਨਹੀਂ ਹੋਣਾ, ਇਹ ਮਰਿਆਦਾ 'ਚ ਖੰਡਨ ਹੋ ਜਾਏਗਾ। ਏਦਾਂ ਲੋੜ ਨਹੀਂ ਹੈਗੀ ਇਹਨਾਂ ਚੀਜ਼ਾਂ ਦੀ, ਕਿਸੇ ਵਕਤ ਜ਼ਰੂਰਤ ਸੀ। ਹੁਣ ਉਦਾਹਰਨ ਤੌਰ ਤੇ ਸਾਨੂੰ ਕੋਈ ਪੁੱਛੇ ਜੀ ਤੁਸੀਂ ਅੱਜ ਘੋੜਿਆਂ ਤੇ ਨਹੀਂ ਚੜ੍ਹਦੇ, ਗੁਰੂ ਮਹਾਰਾਜ ਨੇ ਤੇ ਸਾਨੂੰ ਘੋੜਿਆਂ ਦੀ ਸਵਾਰੀਆਂ ਦਿੱਤੀਆਂ ਸਨ, ਅਸੀਂ ਤੇ ਵਧੀਆ ਵਧੀਆ ਕਾਰਾਂ ਰੱਖੀਆਂ ਨੇ, ਚੜਾਂਗੇ ਘੋੜਿਆਂ ਤੇ? ਆਪਾਂ ਕਹਾਂਗੇ ਜੀ ਸਮਾਂ ਬਦਲ ਗਿਆ, ਇਹੀ ਕਵਾਂਗੇ ਨਾ ਆਪਾਂ। ਗੁਰੂ ਮਹਾਰਾਜ ਉਸ ਵੇਲੇ ਤੀਰ ਕਮਾਨ ਚਲਾਉਂਦੇ ਨੇ, ਅਸੀਂ ਘਰਾਂ 'ਚ ਗੰਨਾਂ ਰੱਖੀਆਂ ਨੇ ਵਧੀਆਂ ਵਧੀਆਂ, ਚਲਾਓ ਖਾਂ ਤੀਰ ਤੇ ਮੋਢੇ ਤੇ ਰੱਖੋ ਤੈਨੂੰ ਖੁਣ। ਸਮਾਂ ਬਦਲ ਗਿਆ, ਲੋੜ ਦੇ ਅਕੋਰਡਿੰਗ, ਕਾਰਡ ਦੇ ਅਕੋਰਡਿੰਗ ਚੀਜ਼ਾਂ ਬਦਲਦੀਆਂ ਨੇ। ਸਮੇਂ ਮੁਤਾਬਕ ਅਸੀਂ ਅਪਡੇਟ ਹੁੰਦੇ ਰਹਿੰਦੇ ਹਾਂ, ਵਕਤੀ ਮੁਤਾਬਕ ਹੋ ਜਾਣਾ ਚਾਹੀਦਾ ਵੀ ਹੈ। ਇਹਦੇ 'ਚ ਕੋਈ ਹਰਜ ਹੀ ਨਹੀਂ ਹੈ ਕਿ ਅੱਜ ਸਾਨੂੰ ਕੋਈ ਕਵੇ ਚਿੱਠੀਆਂ ਪਾ ਕੇ ਇੱਕ ਦੂਜੇ ਨਾਲ ਗੱਲਬਾਤ ਕਰੋ ਜੀ। ਤੁਸੀਂ ਉਹਦਾ ਫੋਨ ਤੇ ਨਹੀਂ ਗੱਲ ਕਰ ਸਕਦੇ, ਕਿਉਂਕਿ ਗੁਰਮਰਿਆਦਾ 'ਚ ਨਹੀਂ ਹੈਗਾ। ਗੁਰੂ ਕਾਲ ਵੇਲੇ ਤੇ ਹੁੰਦਾ ਹੀ ਨਹੀਂ ਸੀ ਏਦਾਂ, ਚਿੱਠੀਆਂ ਭੇਜੀਆਂ ਜਾਂਦੀਆਂ ਸਨ। ਔਰ ਬਾਣੀ ਦੇ ਵਿੱਚ ਹਵਾਲੇ ਨੇ, ਸੰਬਤ ਸਾਹਾ ਲਿਖਿਆ ਮਿਰਕਲ ਪਾਵੋ ਤੇਲ। ਸਾਹੇ ਦੀ ਚਿੱਠੀ ਲਿਖੀ ਜਾਂਦੀ ਸੀ, ਜਦੋਂ ਬੱਚੀ ਦਾ ਤਰੀਕ, ਵਕਤ, ਸਮਾਂ ਨਿਸ਼ਚਿਤ ਹੋ ਗਿਆ, ਸਾਹੇ ਦੀ ਚਿੱਠੀ ਭੇਜੀ ਜਾਣੀ ਹੈ। ਅੱਜ ਅਸੀਂ ਇੰਟਰਨੈਟ ਦੇ ਜ਼ਮਾਨੇ ਦੇ ਵਿੱਚ ਵਧੀਆ ਜਿਹਾ ਕਾਰਡ ਛਪਵਾ ਕੇ ਤੇ ਉਹਦੇ ਵਿੱਚ ਭੇਜਦੇ ਹਾਂ, ਉਹਦੇ ਵਿੱਚ ਹੀ ਉਹ ਕਲਿੱਕ ਕਰਕੇ ਦੱਸਦੇ ਨੇ ਜੀ ਅਸੀਂ ਆਵਾਂਗੇ। ਸਾਨੂੰ ਪਤਾ ਲੱਗ ਜਾਂਦਾ ਇੰਨੇ ਮੈਂਬਰ ਆ ਰਹੇ ਨੇ, ਪ੍ਰਬੰਧ ਕਰ ਲਵੋ। ਹੁਣ ਕੋਈ ਕਵੇ ਤੇ ਮਰਿਆਦਾ 'ਚ ਹੈ ਨਹੀਂ। ਇਹ ਸਵਾਲ ਉੱਠਣੇ ਜੇ, ਤਿਆਰ ਰਹੋ ਜੇ ਇਸ ਪੱਖੋਂ ਜੀ। ਬੱਚਿਆਂ ਨੇ, ਸਾਡੇ ਹੀ ਬੱਚਿਆਂ ਨੇ ਸਵਾਲ ਚੁੱਕਣੇ ਜੇ ਕਿ ਜੇ ਉਹ ਨਹੀਂ ਤੇ ਫਿਰ ਇਹ ਕਿੱਦਾਂ। ਹਰ ਇੱਕ ਚੀਜ਼ ਲਈ ਸਾਨੂੰ ਉਹਨਾਂ ਹੀ ਪ੍ਰਪੇਅਰ ਹੋਣ ਦੀ ਲੋੜ ਹੈ, ਉਹਨਾਂ ਧਿਆਨ ਗੋਚਰੇ ਹੋ ਕੇ ਗੁਰਮਤਿ ਫਿਲਾਸਫੀ ਨੂੰ ਸਮਝਣ ਦੀ ਲੋੜ ਹੈ ਕਿ ਗੁਰੂ ਮਹਾਰਾਜ ਨੇ ਜੋ ਚੀਜ਼ਾਂ ਸ਼ੁੱਧ ਰੂਪ 'ਚ ਦਿੱਤੀਆਂ ਉਹ ਸਾਡੇ ਕੋਲ ਇੰਨ ਬਿਨ ਉੱਦਾਂ ਹੀ ਨੇ, ਉਹਦੇ 'ਚ ਨਹੀਂ ਬਦਲਾਅ ਕੀਤਾ ਜਾ ਸਕਦਾ। ਬਾਣੀ ਹੋ ਗਈ, ਤਖਤੋ ਤਾਜ ਗੁਰੂ ਮਹਾਰਾਜ ਦਾ ਸਿੰਘਾਸਨ ਹੋ ਗਿਆ, ਜਿਵੇਂ ਗੁਰੂ ਮਹਾਰਾਜ ਜੀ ਨੇ ਛਤਰ ਝੁਲਾਏ ਉੱਦਾਂ ਹੀ ਨੇ ਅੱਜ ਵੀ। ਸਾਡੇ ਰਹਿਣ ਸਹਿਣ, ਸਾਡੇ ਜੀਵਨ, ਸਾਡੀ ਦੇਖ ਕਕਾਰ ਉੱਦਾਂ ਹੀ ਨੇ ਅੱਜ ਵੀ। ਸਾਡਾ ਬਾਣੀ ਪੜ੍ਹਨ ਦਾ, ਅਰਦਾਸ ਕਰਨ ਦਾ, ਹੁਕਮਨਾਮਾ ਲੈਣ ਦਾ ਤੌਰ ਤਰੀਕਾ ਉੱਦਾਂ ਹੀ ਹੈ ਜਿਵੇਂ ਗੁਰੂ ਕਾਲ ਵੇਲੇ ਬਾਬਾ ਬੁੱਢਾ ਜੀ ਨੇ ਵੀ ਹੁਕਮਨਾਮਾ ਲਿਆ ਬੈਠ ਕੇ। ਮੈਂ ਬੇਨਤੀ ਇਹ ਕਰ ਰਿਹਾ ਸਾਂ ਕਿ ਗੁਰੂ ਨਾਨਕ ਮਹਾਰਾਜ ਜੀ ਨੇ ਚੱਲਦੀਆਂ ਰੀਤੀ ਰਿਵਾਜਾਂ ਦੇ ਉੱਤੇ ਸਵਾਲ ਚੁੱਕੇ ਸਨ, ਸਵਾਲ ਖੜੇ ਕੀਤੇ ਸਨ, ਤੇ ਜਿਹੜੇ ਮਜ਼ਹਬਾਂ ਦੇ ਵਿੱਚ ਝੂਠ, ਫਰੇਬ, ਦਗਾ ਨਜ਼ਰ ਆਇਆ, ਮਹਾਰਾਜ ਜੀ ਨੇ ਚੰਗੇ ਹੱਥੀਂ ਲਿਆ ਉਹਨਾਂ ਨੂੰ। ਤੇ ਵੇਖੋ ਸ਼ਬਦ ਕਿਹੋ ਜਿਹੇ ਵਰਤੇ, ਕਹਿੰਦੇ ਗਊ ਬ੍ਰਾਹਮਣ ਕੋ ਕਰ ਲਾਵੋ, ਗੋਬਰ ਤਰਨ ਨਾ ਜਾਈ। ਆਸਾ ਕੀ ਵਾਰ, ਖੰਡ ਕੀਰਤਨੀ ਜਥੇ ਹੁਣੇ ਵੀਰ ਪੜ੍ਹ ਕੇ ਗਏ ਨੇ।
जो पढ़ रहे हैं ना, थोड़ा थोड़ा जोर दईए अपने उत्ते भी आप कि जे गुरु नानक महाराज जी ने आख्या कि तुसी घर दे विच गऊ दे गोहे का लेपन करते हो, गऊ का लेपन कर रहे हो, गोहे का, गऊ ब्राह्मण को कर लावो, उत्ते टैक्स ला रहे हो। हुण तुहाडी नौकरी उत्थे लाई है मुगलों ने कि जिथे तुसी गऊ ते ब्राह्मण ते टैक्स लाओ, फिर उन्होंने क्रॉस करना है, उत्थों दी बेड़ी ते बिठा के नहर दरिया पार करवाना, टैक्स लगेगा पहला उहदे ते जिहड़ा गां दा गोया वो घर दे विच लेपन हो रहा, उत्थे टैक्स लाया जा रहा है। महाराज गुरु नानक साहब कहते गऊ ब्राह्मण को कर लावो, कर दा अर्थ हुंदा टैक्स, गोबर तरन ना जाई, गोए दे लेपन नाल तुसीं की सोचदे हो कि तर जाएंगे, धर्मी हो जाएंगे, उत्थे ते उहदे ते टैक्स लाता जिहदा घर गोए दा लेपन करन दे सो। धोती टिक्का तै जप माली धान मलेछां खाई, तुसीं धान जिहड़ा तनखावां मलेछां तो लै रहे हो, जिन्हां नूं मलेछ कह रहे हो। हुण मलेछ जिहड़ा वो भी हिंदूइज्म कहंदा सी मुसलमानां नूं। मलेछ दा अर्थ हुंदा है नापाक, अपवित्र, ये मलेछ ने जी। ते गुरु महाराज कहते जे धान उन्हां तो लैंदे हो, खांदे उन्हां कोलों लैके हो, ते धोती टिक्के तुसी ला के धोती टिक्का तै जप माली धान मलेछां खाई, अंतर पूजा पढ़े कतेबा संजम तुरका भाई, अंदर वड़ के टलियां खड़काउंदे हो ते बाहर मर्यादा दी उन्हां दी धारण करदे हो। तुसी ये दो पक्ष क्यों लाइफ दे? फिर अणखी जिंदगी क्यों नहीं हैगी तुहाडी? फिर तुसी कहो जी असीं जुरत नाल इदां ही जीना है, नहीं नौकरी करनी तुहाडी, सानू नहीं चाहिए, रोजी रिजक परमेश्वर दे हत्थ है, अकाल पुरख दे हत्थ है, असीं विश्वास रखदे हो ते तुसीं कहो खा ठोक के गल। अंतर पूजा कर रहे हो, सारियां समगरियां ते हवन अंदर धुएं घर कीते हुए ने कमरे बंद करके, अंतर पूजा पढ़े कतेबां संजम तुरका भाई। पर जो संजम की गल, मर्यादा की गल, डिसिपलिन की गल, रहन सहन की गल आएगी तो तुरकां वाली, रहनी सहनी तुरकां वाली, अंदर तुसी धुएं खिलारे हुए ने। एक गुरु बाबा जी ने सवाल किए उन्हां ते, असां की वार च गा रहे हैं आपां, सानू भी तो कोई पूछेगा ना। जेड़े वीर भरा पंजाब तो इत्थे आउंदे ने ना, मैं बेनती करना चाहुंदा, जेड़े ये लॉजिक दिंदे ने की करिए, नौकरी करनी सी ते केस कटाउणे पए, सानू नौकरी नहीं सी मिलदी, की करिए जी, पग लाउणी पैनी सी, इत्थे तां समस्या सन साडे सिर ते। ਇਹਦਾ मतलब पता की होया? अंतर पूजा पढ़े कते दा संजम तुरका भाई। पढ़ना बड़ा सौखा जे साध संगत जी, आसा की वार टलियां बजा बजा के गाउणा बहुत सौखा जे। सवाल तां चुके साडे ते भी कोई, सानू भी तो कोई क्वेश्चन पूछे कि भरावो तुसी संजम उन्हां दा अपना रहे हो, ਜਿਹੜੀ ਧਰਤੀ ਤੇ ਜਿਹੜੇ ਲੋਕਾਂ 'ਚ ਜਾਂਦੇ ਹੋ ਉਦਾਂ ਦੀ ਮਰਿਆਦਾ, ਤੇ ਅੰਦਰ ਵੜ ਕੇ ਤੁਸੀਂ ਬੜਾ ਕੁਝ ਰੋਲਾ ਪਾਉਂਦੇ ਹੋ। ਇੱਥੇ ਰਾਜ ਕਰੇਗਾ ਖਾਲਸਾ ਦੀਆਂ ਗੂੰਜਾਂ ਨਾਲ ਛੱਤ ਤੋੜ ਤੱਕ ਜਾਂਦੇ ਹੋ ਤੁਸੀਂ, ਬਾਹਰ ਵੇਖੋ ਤੁਸੀਂ ਕੀ ਹੋ। ਅੰਤਰ ਪੂਜਾ ਪੜੇ ਕਤੇਬਾ ਸੰਜਮ ਤੁਰਕਾਂ ਭਾਈ, ਮਰਿਆਦਾ ਸੰਜਮ ਉਹਨਾਂ ਵਾਲੀ। ਅਸੀਂ ਥੋੜਾ ਬਖਸ਼ੇ ਜਾਵਾਂਗੇ? ਸਾਨੂੰ ਵੀ ਕੋਈ ਇਹ ਪੁੱਛੇਗਾ, ਸਾਡੇ ਬੱਚੇ ਪੁੱਛਣਗੇ ਭਾਵੇਂ ਘੱਟ ਖਾ ਲਵੋ, मुशक्कत ज्यादा कर लवो, कंप्रोमाइज ना करो, फिर अणख नाल जिंदगी जियो। की करिए जी, करना पैंदा है, की करिए जी, समाज विच रहना है, फिर समाज वाले ही बनो तुसी। फिर महाराज कहते एक बन्ने लगो तुसी, दावे ना करो मेरा गुरु नानक गुरु मेरा गुरु है, मैं उहदा सिख हाँ, फिर एवें दावे ना करो गुरु नानक दे। ਉਹ ਤੇ सवाल कर रहे आसा की वार दे विच समय दे मुताबिक उन्हां लोकां दे उत्ते, फिर दावे ना बन्नियां पाए एडे एडे वड्डे। इस करके मैं अर्ज करना चाहना कि जे गुरु महाराज ने स्वरूप दिता है तो भावें ही रोटी सुक्की खा लवो, दिता है तो रखांगे, संभालांगे, आप कोई कंप्रोमाइज नहीं इन्हां गल्लां दे उत्ते। कोई आखे जी कढ़ दांगे नहीं तो आ पग ला दवो अपनी। आ निक्के निक्के बच्चे फाइट लड़ते हैं अज पंजाब दे विच, किते होर फ्रांस विच दस्तार की लड़ाई पता किड्डी लंबी लड़ी है, निक्की जी गल है, दस्तार नहीं पा के आउणी तुसीं। बच्ची नूं आख्या गया केस की बन के तुसी स्कूल च नहीं आउणा, लड़ाई लड़नी पई अगलियां नूं, बच्चा हटा लांगे, कोई कंप्रोमाइज नहीं हैगा, स्कूल होर बथेरे ने। जे असीं एक गल मन जाने आ, दो गल्लां मन जाने आ, ते उन्हां कोल लिस्ट बड़ी लंबी जे, की करोगे फिर उत्थे तुसी? किरपान ला के आओ तुसी हुण आ चीज़ां छड्डो, आ नहीं तुसी पढ़ना। कल अगले पता ही कहणगे, अज ही कह रहे ने, बल्कि पंजाबी नहीं बोलना। मैं अपने न्याणे खुद साध संगत 3 थां स्कूलों बदले ने,
रोक लाती गई अगले वालों। पंजाबी जबानों नहीं तुहाडे निकलनी चाहिए। इंग्लिश फराटेदार बोलो, हिंदी बोलो, तुहानू कोई प्रॉब्लम नहीं हैगी। पंजाबी बोली क्लास तो बाहर, फाइन है, आ लो पर्ची फड़ो। साडे खिते ते साडी फिजा दे विच पंजाब वसदा गुरां दे नां ते जिथे किया गया उत्थे पंजाबी ते इन्नी रोक, इन्नी ते औरंगजेब ने संस्कृत ते भी नहीं लाई सी। लिस्ट बड़ी लंबी जे उन्हां कोल, फिर ये ना सोचो आ मान लांगे चलो सर जाएगा साडा, फिर बड़ा लंबा उन्हां दा चिट्ठा जे, फिर औखा है सर्वाइव करना। फिर इन्हां कंट्रियां दे विच भी जो असीं एंटर करदे हां ते कुछ गल्लां दा ध्यान रखना पएगा सुचेत होके कि जिथे जा रहे हैं उन्हां नूं दसीए, आपां अपने बारे दस सकीए, कोई हर्ज नहीं। एनर्जी लगेगी ना, उन्होंने लिटरेचर दईए। साडे विच एक ते समस्या भी है साध संगत जी कि असी अपने कोल लिटरेचर नहीं रखते। इत्थे संगत बैठी है, जे तुहानू इंग्लिश दे विच सोधिया होया स्वरूप दे संबंधी, सिर्फ फिलोसफी दे संबंधी लिटरेचर चाहिए, तुसीं 10 नूं मिल सकते हो। मैं तो गड्डी विच कार विच रखियां ने 20 किताबां, लाइब्रेरी भरी पई है। रखो 5-5 किताबां कोल रखो तुसीं अपने। कोई कहंदा उहनूं कहो आ पढ़ ले, एक हफ्ते बाद मैनूं कह दी तू जो कहना है, पढ़ ले एक बारी भरावा। वो जो निगाह मारेगा ना, मैं तुहानूं कहना वो हाथ जोड़ेगा तुहाडे अगे, फखर करेगा। कमाल है जी, तुसीं तां रेवोल्यूशनरी लोग हो, इतिहास ही बदल के रखता तुसीं तां। 239 साल के पीरियड दे विच हज़ारां सालां दा काम लोग नहीं कर पाते, चेंज ही करता। तख्ते बदलते तुसीं ते लोकां ने, लोकां दे सुभाव बदल के रख दिते तुसीं लोकां ने। वो किवें नफरत करेगा साडे नाल? समस्या है कि असीं दस नहीं पा रहे हैं। सतगुरु गुरु नानक महाराज जिन्हां दा एक विसाख प्रकाश होया, गुरु नानक महाराज लंबे लंबे प्रचार दौरियां ते घरों निकले, यही गल कि उन्हां नूं दसीए चल के साडे मानवता है, रब दी बनाई हुई उम्मत है, असीं उन्हां नाल सांझ पाईए। हाथ जोड़ जोड़ के बाबे नानक ने आख्या बैठो थोड़ा चिर कढ के, संवाद रचे गए, माहौल सिरजिया गया, आख्या करिए विचारा रल मिल के। और इतिहासक तौर ते 2 नुकते मैनूं मुढ़ले गुरु नानक साहब जी दे प्रचार दे विच नज़र आए ने। 2 नुकते समझियो जी। एक तां ये होया कि गुरु नानक महाराज ने चल रहे कम्मां दे उत्ते, जिहड़े कम सन धार्मिक, उन्हां ते सवाल कीता, इस करके कि मैनूं जवाब देवेगा ते गलबात शुरू हो जाएगी। बड़ा प्यारा तरीका हुंदा है। ये कोई ये नहीं कि कोई वैर रखदा तुहाडे ते कोई सवाल चुक रिहा, तंग दिली नहीं होनी चाहिए। एक नुकता यह सी कि चल रहे कम्मां दे उत्ते सवाल करिए बड़े प्यार दे नाल, अपना हक रख के, ते अगला जवाब देगा, थोड़ी सांझ बनेगी। एक ये तरीका है। ते दूजा नुकता यह सी कि उत्थे जाके माहौल वेखिए, सवाल ना करिए, आप ही इदां दा कुछ करिए कि अगला मैनू पूछे कि तुसीं ये की कर रहे हो जी साडे इत्थे आके, फिर संवाद शुरू हो जाएगा। उदाहरण तौर पर मैं सारी उदाहरण नाल तुहाडे बतल लेना, 2 नुकतियां दे उत्ते। गुरु महाराज हरिद्वार गए ते नुकता यह वरत्या कि मैं इन्हां नूं नहीं कहना आ पानी क्यों दे रहे हो सूरज नूं, इत्थे गल पै जाणगे मेरे, क्योंकि पता गुरु बाबा जी नूं हज़ारां सालां दी प्रैक्टिस चल रही है। तां उन्हां नूं नहीं आख्या क्यों दे रहे हो पानी। गुरु महाराज आप गंगा च वड़ गए, आप गंगा च वड़ गए ते हत्थ एवें बुक करके ते पुठे पासे पानी देना शुरू करता। उस पासे करतारपुर सी, गुरु महाराज दा फसाया नगर सी, खेतीबाड़ी सी, उत्थे उधर पानी देना शुरू करता। हुण गुरु ने उन्होंने नहीं कहा, वो गुरु महाराज जी नूं कह रहे हैं। और मैनूं इउं लगदा क्या ही नहीं होना, धक्का मुक्की जरूर होई होएगी, अगले बख्श देन, जब तक पता ही नहीं है शख्सियत कौन है। पता किड्डे उन्होंने भद्दे बोल बोले होणगे, किन्ने औखे ते कठोर गल्लां आखियां होणगीਆਂ, किन्ने सख्त बांह फड़ी होनी अगलियां ने, और आख्या होना ये किहड़ा काम जी, तुहानूं नहीं पता इधर इधर मूँह करीदा, सूरज इधर चढ़िया, तुसीं किधर नूं मूँह कीता है। ते महाराज ने आख्या होना हुण गल बनेगी। मैं तो तां ही दित्ता सी वीर आउणगे, चलो जो करना सी तुसीं कर लिया, जोर लाया, पर हुण मैं ये पुछना वा तुहानूं कि इधर क्यों पानी दईदा, सूरज वाली क्यों दईदा, की लॉजिक है जी। वो कहते ये साडे वेदां पुराणां च लिखिया कि जिहड़े पितर ने ना, मर चुके साडे बजुर्ग ने, पितर ने, सूरज वाल पानी देण नाल उन्हां पितरां दे मुख तक पानी जांदा है। रोटी पानी ते असीं साल बाद श्राद्ध कट्ठे कट्ठे ही ब्राह्मण 5-5 सदके ते उन्हां दे ढिड भर के उतों तक पूरी असीं चीज़ां पहुँचाउने आ, पानी इदां पहुँचा दिंदे आ असीं, आ लो जी पितरां तक पानी जा रहा। हुण तुसीं वेखो सूरज ते कित्थे धरती साडी, ये निक्की जी एक बिंदु पा लोगे ना धरती बारे, बिंदी पा लोगे पैन नाल, वो भी वड्डी है सूरज के अकॉर्डिंग, एडा वड्डा, उन्होंने पानी पितरां नूं पहुँचा रहे हैं, कोहां दूर, हज़ारां लखां,
ਉੱਥੇ ਪਾਣੀ ਜਾ ਰਿਹਾ ਸਾਡਾ। ਤੇ ਗੁਰੂ ਮਹਾਰਾਜ ਕਹਿੰਦੇ ਵੀ ਮੇਰਾ ਵੀ ਤੇ ਪਾਣੀ ਜਾ ਰਿਹਾ, ਮੈਂ ਤੇ ਇੰਨੀ ਦੂਰ ਨਹੀਂ ਪਹੁੰਚਾ ਰਿਹਾ, ਮੇਰਾ ਤਾਂ ਪੰਜਾਬ ਤੋਂ ਆਇਆ, ਮੈਂ ਫਸਲ ਸੁੱਕ ਜਾਣੀ ਹੈ ਮੇਰੀ, ਪਿੱਛੇ ਫਸਲ ਲਾ ਕੇ ਆਇਆ, ਮੈਂ ਇੱਥੋਂ ਪਾਣੀ ਦੇ ਰਿਹਾ। ਉਹ ਕਹਿੰਦੇ ਮੱਥੇ ਨੂੰ ਹੱਥ ਮਾਰੋ, ਇੱਥੋਂ ਗੰਗਾ 'ਚ ਵੜ ਕੇ ਪਾਣੀ ਦਿੱਤੇ, ਕਰਤਾਰਪੁਰ ਜਾਣਾ ਤੁਹਾਡਾ ਪਾਣੀ। ਮਹਾਰਾਜ ਕਹਿੰਦੇ ਫਿਰ ਉਹ ਉੱਥੇ ਕਿੱਦਾਂ ਜਾ ਰਿਹਾ ਤੁਹਾਡਾ? ਮੇਰਾ ਤੇ ਇਸੇ ਧਰਤੀ ਤੇ ਹੀ ਕੁਝ ਮੀਲਾਂ ਦੀ ਗੱਲਾਂ ਨੇ, 500 ਕਿਲੋਮੀਟਰ ਲਾ ਲਵੋ, ਉੱਥੇ ਨਹੀਂ ਪਾਣੀ ਜਾਣਾ, ਤੁਹਾਡਾ ਜਾ ਰਿਹਾ। ਇੱਥੋਂ ਸੁੱਟੀ ਜਾਂਦੇ ਹੋ ਤੇ ਇੱਥੇ ਡਿੱਗੀ ਜਾਂਦਾ, ਉੱਤੇ ਜਾ ਰਿਹਾ। ਸੋਚੋ ਜਰਾ ਇੱਕ ਵਾਰੀ, ਕੈਸਾ ਮਾਹੌਲ ਸਿਰਜਿਆ ਗਿਆ ਹੋਏਗਾ ਸੰਵਾਦ ਵਾਸਤੇ। ਦਿਮਾਗ ਦੇ ਟਾਲੇ ਟੁੱਟ ਜਾਂਦੇ ਨੇ ਜਦੋਂ ਬੰਦਾ ਇੱਥੇ ਜ਼ੋਰ ਪਾਉਂਦਾ ਕਿ ਯਾਰ ਗੱਲ ਕਦੀ ਸੋਚੀ ਨਹੀਂ ਆਪਾਂ, ਸਾਨੂੰ ਪੀੜ੍ਹੀ ਦਰ ਪੀੜ੍ਹੀ ਆਖਿਆ, ਅਸੀਂ ਪ੍ਰੈਕਟਿਸ ਕਰੀ ਜਾ ਰਹੇ ਹਾਂ, ਕਿਸੇ ਨੇ ਸੋਚਿਆ ਨਹੀਂ ਕਦੀ ਇਹ ਗੱਲਾਂ। ਜਦੋਂ ਆਰਤੀ ਵਾਸਤੇ ਪੁਰੀ ਗਏ ਤੇ ਉੱਥੇ ਮਹਾਰਾਜ ਜੀ ਨੂੰ ਆਖਿਆ ਜੀ ਆਰਤੀ ਵਿੱਚ ਸ਼ਾਮਲ ਹੋਵੋ। ਮਹਾਰਾਜ ਜੀ ਬਾਹਰ ਜਾ ਕੇ ਬਹਿ ਗਏ। ਤੁਹਾਨੂੰ ਮੌਕਾ ਮਿਲੇ ਨਾ ਕਦੀ, ਬੱਚਿਆਂ ਨੂੰ ਜ਼ਰੂਰ ਘੁਮਾਇਆ ਕਰੋ। ਪੁਰੀ ਦੇ ਵਿੱਚ ਗੁਰਦੁਆਰਾ ਹੈ ਗੁਰੂ ਨਾਨਕ ਮਹਾਰਾਜ ਦਾ, ਬੌਲੀ ਸਾਹਿਬ ਗੁਰਦੁਆਰਾ, ਜਗਨਨਾਥਪੁਰੀ ਤੋਂ ਮੇਰੇ ਖਿਆਲ ਨਾਲ 3-4 ਕਿਲੋਮੀਟਰ, 3 ਕਿਲੋਮੀਟਰ ਦੀ ਵਿੱਥ ਤੇ ਹੋਏਗਾ ਬੌਲੀ ਸਾਹਿਬ ਗੁਰਦੁਆਰਾ। ਗੁਰੂ ਨਾਨਕ ਸਾਹਿਬ ਦੇ ਨਾਂ ਦਾ ਅੱਜ ਵੀ ਗੁਰਦੁਆਰਾ ਵੱਜਦਾ ਮਾਰਕੀਟ ਦੇ ਵਿੱਚ। ਗੁਰੂ ਮਹਾਰਾਜ ਉੱਥੇ ਗਏ, ਆਰਤੀ ਵਿੱਚ ਸ਼ਾਮਲ ਨਹੀਂ ਹੋਏ। ਅਗਲੇ ਨੇ ਆ ਕੇ ਪੁੱਛਿਆ ਇੰਨੀ ਦੂਰੋਂ ਆਏ ਹੋ, ਸਾਡੀ ਆਰਤੀ ਸੀ ਉਚੇਚ, ਲੋਕੀ ਦੂਰ ਦੁਰਾਡਿਓਂ ਆਏ, ਤੁਸੀਂ ਆਰਤੀ ਸ਼ਾਮਲ ਨਹੀਂ ਹੋਏ। ਮਹਾਰਾਜ ਕਹਿੰਦੇ ਤੁਹਾਨੂੰ ਕਿਹਨੇ ਆਖਿਆ ਮੈਂ ਆਰਤੀ ਨਹੀਂ ਕੀਤੀ? ਤੁਸੀਂ ਆਏ ਨਹੀਂ। ਮਹਾਰਾਜ ਕਹਿੰਦੇ ਮੈਂ ਤੇ ਆਰਤੀ ਕੀਤੀ ਹੈ। ਕਿਹੜੀ? ਤਨਾਸਰੀ ਮਹਿਲਾ ਪਹਿਲਾ, ਗਗਨ ਮੈਂ ਥਾਲ ਰਵਚਨ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਇੰਨਾ ਸ਼ਬਦ ਲੈ ਕੇ ਆਖਿਆ ਆ ਲਓ, ਬਹੁ ਮੈਂ ਤੁਹਾਨੂੰ ਦੱਸਾਂ ਆਰਤੀ ਕਿਵੇਂ ਹੁੰਦੀ ਹੈ। ਮਾਹੌਲ ਸਿਰਜੇ ਜਾਂਦੇ ਨੇ ਸੰਵਾਦ ਲਈ। ਜੇ ਮੱਕੇ ਕਾਬੇ ਗਏ, ਇਹ ਹਿੰਮਤ ਦੀ ਗੱਲਾਂ ਨੇ, ਪਹੁੰਚਣਾ ਹੀ ਔਖਾ। ਪਹਿਲੀ ਗੱਲ ਤੇ ਐਂਟਰੀ ਕੋਈ ਨਹੀਂ ਹੈਗੀ ਉੱਥੇ। ਨੀਲ ਵਸਤਰ ਧਾਰੇ ਬਨਵਾਰੀ, ਅਗਲਿਆਂ ਦੀ ਡਰੈਸ ਪਾਉਣੀ ਪਈ ਬਾਬੇ ਨਾਨਕ ਨੂੰ, ਅਗਲਿਆਂ ਦੇ ਰੰਗ ਚਾੜਨੇ ਪਏ। ਕੋਈ ਗੱਲ ਹੀ ਕੋਈ ਨਹੀਂ, ਤੁਸੀਂ ਭਗਵਾ ਪੋ ਪਾ ਕੇ ਆ ਜਾਗੇ, ਨੀਲਾ ਕਹੋ ਪਾ ਕੇ ਆ ਜਾਗੇ, ਵੜਨ ਤਾਂ ਦਵੋ ਇੱਕ ਵਾਰੀ ਅੰਦਰ। ਗੁਰੂ ਮਹਾਰਾਜ ਗਏ, ਲੱਤਾਂ ਮੱਕੇ ਵੱਲ ਕਰ ਲਈਆਂ, ਕਾਬੇ ਵੱਲ। ਉਹਨਾਂ ਦਾ ਜਿਹੜਾ ਇਤਿਹਾਸਕ ਕੇਂਦਰਿਤ ਸਥਾਨ ਹੈ, ਬਹੁਤ ਹਿੰਮਤ ਚਾਹੀਦੀ ਹੈ, ਯੋਧੇ ਤੇ ਸੂਰਮੇ ਤੇ ਅੰਦਰ ਬਲਵਾਨਤਾ ਸੀ ਮਹਾਰਾਜ ਜੀ ਦੇ ਅੰਦਰ, ਜਿਹਨੂੰ ਭਾਈ ਗੁਰਦਾਸ ਕਹਿੰਦੇ ਨੇ ਸਿੰਘ ਬੁੱਕੇ। ਮ੍ਰਿਗਾਵਲੀ ਭੰਨੀ ਜਾਏ ਨਾ ਧੀਰ ਤਰੋਆ, ਮ੍ਰਿਗਾਵਲੀਆਂ ਦੀਆਂ ਹੀਰਨਾਂ ਦੀਆਂ ਡਾਰਾਂ ਭੱਜ ਜਾਂਦੀਆਂ ਨੇ ਜਦੋਂ ਸਿੰਘ ਇੱਕ ਵਾਰੀ ਪੁੜਕਦਾ। ਇੱਕ ਵਾਰੀ ਸਿੰਘ ਦੀ ਗਰਜ ਜਦੋਂ ਆਉਂਦੀ ਹੈ, ਸਨਾਟਾ ਛਾ ਜਾਂਦਾ ਪੂਰੇ ਜੰਗਲ ਦੇ ਵਿੱਚ। ਗੁਰੂ ਮਹਾਰਾਜ ਜਦੋਂ ਰਬਾਬ ਦੀਆਂ ਤੰਦਾਂ ਦੇ ਉੱਤੇ ਆਵਾਜ਼ ਛੇੜਦੇ ਹੋਣੇ ਨੇ ਨਾ, ਸੋਚੋ ਮਾਹੌਲ ਕਿਦਾਂ ਦਾ ਹੋਏਗਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਆਸਥਾਨਾ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਉੱਥੇ ਮਾਹੌਲ ਕੈਸਾ ਹੋਇਆ ਹੈਗਾ। ਗੁਰੂ ਮਹਾਰਾਜ ਲੱਤਾਂ ਕਰਕੇ ਸੌ ਗਏ। ਇੱਥੇ ਬਸ ਨਹੀਂ, ਵੱਖੀ 'ਚ ਲੱਤ ਮਾਰੀ ਇੱਕ ਬੰਦੇ ਨੇ ਆ ਕੇ, ਜੀਵਨ ਮਾਰੀ ਲੱਤ ਦੀ। ਕਿਹੜਾ ਸੁੱਤਾ ਕੁਫਰ ਕੁਫਾਰੀ, ਕਿਸ ਦੀ ਹਿੰਮਤ ਪਈ ਸਾਡੇ ਮੱਕੇ ਵੱਲ ਲੱਤਾਂ ਕਰਕੇ ਸੌ ਜਾਵੇ? ਤੁਹਾਨੂੰ ਨਹੀਂ ਪਤਾ ਦੁਨੀਆ ਦੂਰ ਦੁਰਾਡੇ ਬੈਠੇ ਵੀ ਇੱਧਰ ਮੂੰਹ ਕਰਕੇ ਸਜਦੇ ਕਰਦੀ ਹੈ ਤੇ ਇੱਧਰ ਮੂੰਹ ਕਰਕੇ ਉਹ ਨਮਾਜ਼ ਅਦਾ ਕਰਦੀ ਹੈ। ਤੁਸੀਂ ਲੱਤਾਂ ਇੱਧਰ ਕਰ, ਇਹ ਮੁਸਲਮਾਨ ਨਹੀਂ ਹੋਣਾ ਬੰਦਾ, ਇਹ ਕਾਫਰ ਹੈ ਜ਼ਰੂਰ। ਬਸ ਗੱਲ ਸ਼ੁਰੂ ਕੀਤੀ ਬਾਬੇ ਨੇ ਉੱਥੋਂ ਦੀ। ਸੰਵਾਦ ਇੱਦਾਂ ਰਚੇ ਗਏ ਨੇ, ਲੱਤਾਂ ਖਾ ਕੇ ਵੀ ਸੰਵਾਦ ਰਚੇ ਗਏ ਨੇ। ਗੁਰੂ ਬਾਬੇ ਨੇ ਆਖਿਆ ਹੁਣ ਇੰਨੀ ਕੋਈ ਬੇਨਤੀ ਹੈ, ਮੇਰੀਆਂ ਲੱਤਾਂ ਆਪ ਹੀ ਫੜ ਕੇ ਉਧਰ ਕਰੋ ਜਿੱਧਰ ਤੁਹਾਡਾ ਖੁਦਾ ਨਹੀਂ ਹੈਗਾ, ਜਿੱਧਰ ਖੁਦਾ ਦਾ ਵਾਸ ਨਹੀਂ, ਮੇਰੀਆਂ ਲੱਤਾਂ ਉਧਰ ਘੁਮਾ ਕੇ ਧਰ ਦੇਵੋ, ਮੈਨੂੰ ਕਬੂਲ ਹੋਣਗੀਆਂ। ਲੱਤਾਂ ਨਹੀਂ ਘੁੰਮੀਆਂ, ਕੁੱਲ ਮੱਕੇ ਦੇ ਲੋਕਾਂ ਦੇ ਦਿਮਾਗ ਘੁੰਮ ਗਏ, ਚਰਚਾ ਛਿੜ ਗਈਆਂ ਹਰ ਜ਼ਬਾਨ ਤੇ। ਇੱਕ ਫਕੀਰ ਆਇਆ ਪੰਜਾਬ ਦੀ ਧਰਤੀ ਤੋਂ, ਜਵਾਬ ਕੋਈ ਨਹੀਂ ਕਿਸੇ ਕਾਜ਼ੀ ਦੇ ਕੋਲ ਉਹਦਾ। ਗੁਰੂ ਮਹਾਰਾਜ ਕਿਰਪਾ ਬਖਸ਼ਿਸ਼ ਕਰਨ, ਜਿੱਥੇ ਅਸੀਂ ਗੁਰੂ ਬਾਬਾ ਜੀ ਦਾ ਇੱਕ ਵਿਸਾਖ ਨੂੰ ਸਮਰਪਿਤ ਹੋ ਕੇ ਗੁਰਬਾਣੀ ਇਤਿਹਾਸਕ ਸਾਂਝ ਵਿਚਾਰ ਕੀਤੀ ਹੈ। ਪੁਰਬ ਭਾਵੇਂ ਤੁਸੀਂ ਨਵੰਬਰ 'ਚ ਮਨਾਓ, ਦਸੰਬਰ 'ਚ ਮਨਾਓ, ਕੋਈ ਹਰਜ ਨਹੀਂ, ਉਹ ਕੌਮੀ ਇੱਕ ਸਾਡੀ ਬਣਤਰ ਹੈ। ਪਰ ਇਤਿਹਾਸ ਦੀ ਤਾਰੀਖ ਇੱਕ ਵਿਸਾਖ ਹੈ, 1526 ਹੈ। ਸ਼੍ਰੋਮਣੀ ਕਮੇਟੀ ਦੀਆਂ ਕਿਤਾਬਾਂ ਤੁਸੀਂ ਵੇਖ ਲਓ, ਵੈਬਸਾਈਟ ਸਰਚ ਕਰ ਲਓ, ਹੁਣੇ ਬੈਠੇ ਬੈਠੇ ਗੂਗਲ ਦੇ ਵਿੱਚ ਪਾਓ ਗੁਰੂ ਨਾਨਕ ਸਾਹਿਬ ਦਾ ਓਰੀਜਨਲ ਬਰਥਡੇ, ਤੁਹਾਨੂੰ ਦਿਖਾਈ ਦੇਗਾ ਉਹਦੇ 'ਚ 15 ਅਪ੍ਰੈਲ 1469। ਵਿਚਾਰਾਂ ਦੌਰਾਨ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਸਭਨਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।